ਰੋਜ਼ਾਨਾ ਲੋਕ ਨਾਥ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਸਾਡਾ ਅੱਜ ਦਾ ਇਹ ਪ੍ਰੋਗਰਾਮ ਪੰਜਾਬ ਵਾਸੀਆਂ ਦੇ ਲਈ ਬੜਾ ਧਿਆਨ ਨਾਲ ਸੁਣਨ ਅਤੇ ਦੇਖਣ ਵਾਲਾ ਹੈ, ਕਿਉਂਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਇੱਕ ਬਹੁਤ ਵੱਡੇ ਮਸਲੇ ਤੇ, ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀकांड ਦੇ ਮਾਮਲੇ ਦੇ ਵਿੱਚ ਅਤੇ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਆਪਣਾ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਵੱਡੇ ਖੁਲਾਸੇ ਕੀਤੇ ਗਏ ਨੇ। ਤੁਹਾਨੂੰ ਦੱਸ ਦਈਏ ਕਿ ਅੱਜ ਗੱਲਬਾਤ ਕਰਾਂਗੇ ਕਿ ਜਿਹੜੇ ਲੀਡਰ ਅੱਜ ਪਿੱਟ ਪਿੱਟ ਕੇ ਗੁਰੂ ਸਾਹਿਬ ਦੀ ਜਿਹੜੀ ਹੈ ਉਹ ਬੇਅਦਬੀ ਅਤੇ ਜਿਹੜੇ ਗੋਲੀकांड ਦੇ ਮਾਮਲੇ ਹੋਏ ਸੀ ਉੱਥੇ ਉਹਨਾਂ ਦੇ ਵਿੱਚ ਇਨਸਾਫ ਦੀ ਜੋ ਮੰਗ ਕਰ ਰਹੇ ਨੇ ਕੁੰਵਰ ਵਿਜੇ ਪ੍ਰਤਾਪ ਨੇ, ਉਹ ਅੱਜ ਪਰਤਾਂ ਖੋਲੀਆਂ ਨੇ ਕਿ ਜਦੋਂ ਜਾਂਚ ਦੇ ਵਿੱਚ ਮੈਨੂੰ ਇਹਨਾਂ ਲੀਡਰਾਂ ਦੇ ਸਹਿਯੋਗ ਦੀ ਲੋੜ ਸੀ, ਇਹਨਾਂ ਤੋਂ ਮੈਂ ਸਹਿਯੋਗ ਮੰਗਿਆ ਸੀ ਤਾਂ ਇਹਨਾਂ ਨੇ ਸਹਿਯੋਗ ਜਿਹੜਾ ਉਹ ਮੈਨੂੰ ਨਹੀਂ ਦਿੱਤਾ। ਭਾਵੇਂ ਉਹ ਜਿਹੜੇ ਨਵਜੋਤ ਸਿੰਘ ਸਿੱਧੂ ਹੋਣ, ਭਲਾ ਉਹ ਜਿਹੜੇ HS ਫੂਲਕਾ ਹੋਣ, ਭਲਾ ਉਹ ਹੋਰ ਬਹੁਤ ਸਾਰੇ ਲੀਡਰ ਹੋਣ, ਤਾਂ ਉੱਥੇ ਹੀ ਉਹਨਾਂ ਦੇ ਵੱਲੋਂ ਆਪਣੇ ਅਸਤੀਫੇ ਦੇ ਪਿੱਛੇ ਕਿਸ ਲੀਡਰ ਨੂੰ ਵੱਡਾ ਜ਼ਿੰਮੇਵਾਰ ਮੰਨਿਆ, ਉਸ ਮਾਮਲੇ ਤੇ ਵੀ ਗੱਲਬਾਤ ਕਰਾਂਗੇ। ਤੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਅਤੁਲ ਨੰਦਾ ਨੇ AG ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਜ਼ਿਆਦਾ ਕਲੋਜ਼ ਨੇ, ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ ਵਕੀਲ ਨੇ, ਉਹਨਾਂ ਦੇ ਬਾਰੇ ਵੀ ਵੱਡੇ ਖੁਲਾਸੇ ਕੀਤੇ ਨੇ ਕਿ ਕਿਵੇਂ ਇੱਕ ਪੇਸ਼ੀ ਦੇ ਉੱਪਰ ਇੱਕ ਦਿਨ ਦੇ 55 ਲੱਖ ਰੁਪਏ ਜਿਹੜੇ ਨਜਾਇਜ਼ ਲੋਕਾਂ ਦੀਆਂ ਜੇਬਾਂ ਦੇ ਡਾਕਾ ਪੈ ਰਿਹਾ ਸੀ, ਨਜਾਇਜ਼ ਜਿਹੜਾ ਵਕੀਲਾਂ ਨੂੰ ਦਿੱਤਾ ਜਾ ਰਿਹਾ ਸੀ। ਤੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਕਿਵੇਂ ਜਿਹੜੇ ਵਕੀਲ ਮੇਰੇ ਲਈ ਭੇਜੇ ਜਾ ਰਹੇ ਸੀ ਤੇ ਉਹਨਾਂ ਨੇ ਕਿਵੇਂ ਸਾਡੀ ਜਿਹੜੀ ਹੈ ਵਿਰੋਧਤਾ ਕੀਤੀ ਹੈ। ਸਭ ਤੋਂ ਵੱਡੇ ਖੁਲਾਸੇ ਕੁੰਵਰ ਵਿਜੇ ਪ੍ਰਤਾਪ ਨੇ ਕੀਤੇ ਨੇ ਇਸ ਮਾਮਲੇ ਦੇ ਵਿੱਚ, ਤੇ ਗੱਲਬਾਤ ਕਰਾਂਗੇ, ਵਿਚਾਰ ਚਰਚਾ ਕਰਾਂਗੇ ਇਸ ਮਾਮਲੇ ਦੇ ਉੱਪਰ। ਸਾਡੇ ਨਾਲ ਸੀਨੀਅਰ ਪੱਤਰਕਾਰ ਕੁਲਵੰਤ ਸਿੰਘ ਜੀ ਮੌਜੂਦ ਰਹਿਣਗੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਕੁਲਵੰਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਧੰਨਵਾਦ ਜੀ ਸੁਖਵਿੰਦਰ ਜੀ, ਤੇ ਮੇਰੇ ਵੱਲੋਂ ਲੋਕਨਾਥ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕੁਲਵੰਤ ਜੀ, ਬੜਾ ਅਹਿਮ ਮਸਲਾ ਹੈ, ਆਪਾਂ ਜਿਹੜਾ ਇਹ ਅਹਿਮ ਮਸਲੇ ਦੇ ਉੱਪਰ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਬੜਾ ਗੰਭੀਰ ਤੇ ਹਰ ਇੱਕ ਵਿਅਕਤੀ ਦੇ ਸੁਣਨ ਵਾਲਾ ਮਾਮਲਾ, ਕਿਉਂਕਿ ਇਹ ਮਾਮਲਾ ਹੀ ਅਜਿਹਾ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਇਹ ਇੱਕ ਗੱਲ ਕਰਕੇ ਪਰਤਾਂ ਖੋਲ ਦਈਏ। ਕੁੰਵਰ ਵਿਜੇ ਪ੍ਰਤਾਪ ਨੇ ਜਿਹੜੀਆਂ ਖੋਲੀਆਂ ਨੇ, ਆਪਾਂ ਵੀ ਆਪਣੇ ਦਰਸ਼ਕਾਂ ਨੂੰ ਉਹ ਇੱਕ ਪਰਤ ਜਿਹੜੀ ਦੱਸ ਦਈਏ ਕਿ ਕਿਵੇਂ ਜਿਹੜਾ ਇਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਧੋਖਾਧੜੀ ਹੋਈ ਹੈ, ਕਿਵੇਂ ਲੋਕਾਂ ਦੀ ਜੇਬਾਂ ਦੇ ਉੱਪਰ ਡਾਕਾ ਮਾਰਿਆ ਗਿਆ, ਕਿਹੜੇ ਲੀਡਰਾਂ ਦਾ ਉਹਨਾਂ ਨੂੰ ਸਾਥ ਨਹੀਂ ਮਿਲਿਆ। ਜੋ ਕੁਝ ਵੀ ਖੁਲਾਸੇ ਕੀਤੇ ਨੇ, ਮੈਂ ਕਹਿੰਦਾ ਇੱਕ ਇੱਕ ਕਰਕੇ ਆਪਾਂ ਆਪਣੇ ਦਰਸ਼ਕਾਂ ਨੂੰ ਦੱਸੀਏ। ਬਿਲਕੁਲ ਇਹ ਤਰਤੀਬਬੱਧ ਦੱਸਣ ਵਾਲੀ ਗੱਲ ਹੈਗੀ ਹੈ, ਤੇ ਮੇਰੀ ਦਰਸ਼ਕਾਂ ਨੂੰ ਬੇਨਤੀ ਰਹੇਗੀ ਕਿ ਇਹ ਸਾਰੀ ਦੀ ਸਾਰੀ ਜਿਹੜੀ ਹੈ ਇਹ ਗੱਲਬਾਤ ਨੂੰ ਬੜੇ ਧਿਆਨ ਨਾਲ ਸੁਣਨ ਤੇ ਵੇਖਣ ਵਾਲੀ ਚੀਜ਼ ਹੈ, ਕਿਉਂਕਿ ਇਸੇ ਚੋਂ ਸਾਨੂੰ ਸਾਰਾ ਨਤੀਜਾ ਨਿਕਲ ਕੇ ਸਾਹਮਣੇ ਆਏਗਾ ਕਿ ਕੌਣ ਇਹ ਸਾਰੇ ਮਾਮਲਿਆਂ ਨੂੰ ਜਿਹੜਾ ਦਬਾਉਣ ਲਈ ਜ਼ਿੰਮੇਵਾਰ ਹੈ ਤੇ ਕੌਣ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫੇ ਲਈ ਜ਼ਿੰਮੇਵਾਰ ਹੈ। ਸੋ ਆਪਾਂ ਜੇਕਰ ਇਸ ਗੱਲ ਦੇ ਪਿਛੋਕੜ ਵੱਲ ਜਾਈਏ, ਜਿਹੜਾ ਜੋ ਕੁਝ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਨਾਲ ਹੋਇਆ ਉਹਦੇ ਪਿਛੋਕੜ ਵੱਲ ਜਾਈਏ, ਤੇ ਸ਼ੁਰੂਆਤ ਇਹਦੀ ਜਿਹੜੀ ਹੈ ਹੁਣ ਜਿਹੜੀ ਅਸਤੀਫੇ ਦੀ ਜਿਹੜੀ ਹੁਣ ਸ਼ੁਰੂਆਤ ਹੈ ਉਹ ਹੋਈ ਹੈ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪਾਸ ਕੀਤੇ ਗਏ ਹੁਕਮਾਂ ਤੋਂ ਬਾਅਦ, ਜਿਸ ਦੇ ਵਿੱਚ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਦੀ ਵੱਲੋਂ ਕੀਤੀ ਗਈ ਜਾਂਚ ਆ ਉਹ ਨਿਰਪੱਖ ਨਹੀਂ ਸੀ, ਇਸ ਲਈ ਉਹਨੂੰ ਰੱਦ ਕਰ ਦਿੱਤਾ ਗਿਆ ਤੇ ਨਵੀਂ SIT ਬਣਾਈ ਜਾਵੇ ਤੇ ਉਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਉਸ ਤੋਂ ਜਿਹੜਾ ਉਹ ਲਾਂਭੇ ਰੱਖਿਆ ਜਾਵੇ। ਤੇ ਇਹ ਚੀਜ਼ ਜਿਹੜੀ ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਦੇ ਕੈਰੀਅਰ ਤੇ ਇੱਕ ਬਹੁਤ ਵੱਡਾ ਧੱਬਾ ਹੈ। ਤੇ ਜਦੋਂ ਤੋਂ ਤੇ ਉਹੀ ਗੱਲ ਜਿਹੜੀ ਬਾਅਦ ਵਿੱਚ ਜਿਹੜੀ ਆ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਸਾਬਤ ਕੀਤੀ ਹੈ ਕਿ ਉਹਨਾਂ ਨੂੰ ਬੜਾ ਉਹਨਾਂ ਦਾ ਮਨੋਬਲ ਡਿੱਗਿਆ ਤੇ ਉਹਨਾਂ ਨੇ ਜਿਹੜਾ ਉਹ ਇਸ ਤੋਂ ਬਾਅਦ ਜਿਹੜਾ ਅਸਤੀਫਾ ਦਿੱਤਾ। ਤੇ ਜੇਕਰ ਹੁਣ ਆਪਾਂ ਇਸ ਗੱਲ ਤੇ ਆਈਏ ਕਿ ਜਦੋਂ ਉਹਨਾਂ ਦਾ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦਾ ਵੀ ਇਹ ਕਹਿਣਾ ਕਿ ਜਦੋਂ ਇਹ ਹੁਕਮ ਆਇਆ ਤੇ ਕਹਿੰਦੇ ਮੈਨੂੰ ਉਸ ਟਾਈਮ ਪਤਾ ਨਹੀਂ ਸੀਗਾ, ਨਾ ਮੈਨੂੰ ਇਹ ਪਤਾ ਸੀ ਵੀ ਇਹ ਜਿਹੜੀ ਕੇਸ ਦੀ ਤਰੀਕ ਹੈਗੀ ਹੈ, ਮੈਨੂੰ ਕੇਸ ਦੀ ਤਰੀਕ ਦਾ ਵੀ ਨਹੀਂ ਦੱਸਿਆ ਗਿਆ, ਤੇ ਨਾ ਹੀ ਮੈਨੂੰ ਉਹ ਉਦੋਂ ਵੈਬਸਾਈਟ ਜਿਹੜੀ ਸੀ ਹਾਈ ਕੋਰਟ ਦੀ ਵੈਬਸਾਈਟ ਸੀਗੀ ਉਹ ਵੀ ਜਿਹੜੀ ਡਾਊਨ ਚੱਲ ਰਹੀ ਸੀ, ਮੈਨੂੰ ਨਹੀਂ ਪਤਾ ਲੱਗ ਸਕਿਆ। ਤੇ ਮੈਨੂੰ ਤਾਂ ਉਦੋਂ ਹੀ ਪਤਾ ਲੱਗਿਆ ਜਦੋਂ ਮੈਨੂੰ ਪੰਜਾਬ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਵੱਲੋਂ ਜਿਹੜਾ ਮੈਨੂੰ ਇਹ ਦੱਸਿਆ ਗਿਆ ਕਿ ਆਹ ਕੁਝ ਜਿਹੜੇ ਹੁਕਮ ਹਾਈ ਕੋਰਟ ਵੱਲੋਂ ਪਾਸ ਕੀਤੇ ਗਏ ਨੇ। ਤੇ ਕਹਿੰਦਾ ਜਦੋਂ ਮੈਂ ਸੁਣਿਆ ਤੇ ਕਹਿੰਦਾ ਮੇਰਾ ਦਿਮਾਗ ਜਿਹੜਾ ਇੱਕਦਮ ਸੁੰਨ ਰਹਿ ਗਿਆ, ਤੇ ਮੈਂ ਉਹਨਾਂ ਨੂੰ ਇਹ ਕਿਹਾ ਕਿ ਸਰ ਹੁਣ ਇੱਕ ਹੁਕਮ ਜਿਹੜਾ ਤੁਸੀਂ ਪਾਸ ਕਰ ਦਿਓ ਕਿ ਅੱਜ ਜਿਹੜਾ ਉਹ ਸ਼ੁੱਕਰਵਾਰ ਹੈ, ਕੱਲ ਸ਼ਨੀਵਾਰ ਹੈ ਤੇ ਪਰਸੋਂ ਐਤਵਾਰ, 2 ਦਿਨ ਦੀ ਛੁੱਟੀ ਆ ਗਈ, ਸੋਮਵਾਰ ਨੂੰ ਤੁਸੀਂ ਇੱਕ ਹੁਕਮ ਹੋਰ ਪਾਸ ਕਰ ਦਿਓ ਕਿ ਮੈਨੂੰ ਜਿਹੜਾ ਉਹ IPS ਦੀਆਂ ਜਿਹੜੀਆਂ ਸੇਵਾਵਾਂ ਤੋਂ ਉਹ ਫਾਰਗ ਕਰ ਦਿੱਤਾ ਜਾਵੇ। ਤੇ ਮਤਲਬ ਇੰਨਾ ਜਿਹੜਾ ਉਹਨਾਂ ਦਾ ਮਨੋਬਲ ਇਸ ਚੀਜ਼ ਤੋਂ ਜਿਹੜਾ ਉਹ ਡਿੱਗਿਆ ਸੀਗਾ। ਤੇ ਉਹਨਾਂ ਨੇ ਦਾਅਵਾ ਕੀਤਾ ਕਿ ਜਿਹੜੀ ਉਹਨਾਂ ਨੇ ਪੜਤਾਲ ਕੀਤੀ ਸੀਗੀ ਉਹ ਬੜੇ ਵਿਗਿਆਨਿਕ ਢੰਗ ਦੇ ਨਾਲ ਕੀਤੀ ਸੀ, ਤੇ ਪਰ ਇਹਦੇ ਬਾਵਜੂਦ ਵੀ ਜਿਹੜਾ ਉਹ ਕੇਸ ਦੇ ਵਿੱਚ ਵਕੀਲਾਂ ਦਾ ਵਤੀਰਾ ਜਿਹੜਾ ਉਹਨਾਂ ਦੇ ਪ੍ਰਤੀ ਸਹੀ ਨਹੀਂ ਰਿਹਾ ਹੈਗਾ। ਤੇ
ਵਾਰ-ਵਾਰ ਇੰਝ ਲੱਗਦਾ ਸੀ ਕਿ ਜਿਵੇਂ ਵਕੀਲ ਜਿਹੜੇ ਸੀਗੇ ਉਹ ਸਰਕਾਰੀ ਵਕੀਲ ਜਿਹੜੇ ਸਰਕਾਰ ਦੇ ਆਪਣੇ ਵਕੀਲ ਸੀ। ਬਿਲਕੁਲ, ਜਿਹੜੇ ਸਰਕਾਰ ਦਾ ਪੱਖ ਨਾ ਪੂਰ ਕੇ ਉਹ ਜਿਹੜੇ ਉਹ ਦੂਜੇ ਜਿਹੜਾ ਵਿਰੋਧੀ ਪੱਖ ਦਾ ਜਿਹੜਾ ਪੱਖ ਪੂਰ ਰਹੇ ਸੀਗੇ ਤੇ ਇੱਥੋਂ ਤੱਕ ਕਿ ਉਹਨਾਂ ਨੇ ਇੱਕ ਟਾਈਮ ਦੇ ਉੱਤੇ ਆ ਕੇ ਵਕੀਲਾਂ ਨੂੰ ਇਹ ਇੱਥੇ ਤੱਕ ਕਹਿਣਾ ਪੈ ਗਿਆ ਸੀ ਕਿ ਤੁਸੀਂ ਮੈਨੂੰ ਟਾਰਚਰ ਕਰ ਰਹੇ ਹੋ। ਕਿਉਂਕਿ ਇੱਕੋ ਗੱਲ ਕਹਿੰਦੇ ਉਹ ਮੈਨੂੰ ਬਾਰ-ਬਾਰ ਪੁੱਛ ਰਹੇ ਸੀ, 10-15 ਵਾਰ ਬਾਰ-ਬਾਰ ਪੁੱਛ ਰਹੇ ਸੀ, ਨੋਟ ਉਹ ਕਰਦੇ ਨਹੀਂ ਸੀਗੇ। ਬਾਰ-ਬਾਰ ਇੱਕੋ ਗੱਲ ਮੈਨੂੰ ਪੁੱਛੀ ਜਾਣਾ ਉਹਨਾਂ ਨੇ ਤੇ ਮੈਨੂੰ ਇਹ ਲੱਗਦਾ ਸੀ ਕਿ ਇਹ ਮੈਨੂੰ ਇਹ ਟਾਰਚਰ ਕਰ ਰਹੇ ਸੀਗੇ ਤੇ ਇਹ ਗੱਲ ਕਹਿੰਦੇ ਮੈਂ ਉਹਨਾਂ ਨੂੰ ਮੂੰਹ ਦੇ ਉੱਤੇ ਵੀ ਕਹਿ ਦਿੱਤੀ ਸੀਗੀ ਕਿ ਅਦਾਲਤ ਦੀ ਤਰੀਕ ਬਾਰੇ ਕਹਿੰਦੇ ਮੈਨੂੰ ਕੋਈ ਨਹੀਂ ਦੱਸਿਆ ਗਿਆ। ਵੈਬਸਾਈਟ ਉਸ ਟਾਈਮ ਡਾਊਨ ਚੱਲ ਰਹੀ ਸੀਗੀ ਤੇ ਵਕੀਲਾਂ ਦਾ ਜਿਹੜਾ ਅਸੀਂ ਕਹਿਣਾ ਸੀ ਕਿ ਜਿਹੜਾ ਕੁਛ ਵੀ ਮੌਕੇ ਦੇ ਉੱਤੇ ਜਿਹੜੇ ਅਜੇ ਉਹਨਾਂ ਨੇ ਆਰਗੂਮੈਂਟ ਨਹੀਂ ਪੇਸ਼ ਕੀਤੇ ਕੋਰਟ ਦੇ ਵਿੱਚ ਜਿਹਦੇ ਨਾਲ ਉਹ ਕੇਸ ਨੂੰ ਮਜ਼ਬੂਤੀ ਨਾਲ ਪੱਖ ਰੱਖਿਆ ਜਾਂਦਾ। ਉਸ ਦਿਨ ਅਤੁਲ ਨੰਦਾ ਜਿਹੜੇ ਪੰਜਾਬ ਦੇ ਐਡਵੋਕੇਟ ਜਨਰਲ ਸੀਗੇ ਉਹ ਵੀ ਜਿਹੜੇ ਛੁੱਟੀ ਲੈ ਕੇ ਚਲੇ ਗਏ ਸੀ ਜਦਕਿ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਹੁਕਮ ਪਾਸ ਕੀਤਾ ਗਿਆ ਸੀਗਾ ਕਿ ਇਹਨਾਂ ਕੇਸਾਂ ਦੇ ਵਿੱਚ ਐਡਵੋਕੇਟ ਜਨਰਲ ਅਤੁਲ ਨੰਦਾ ਆਪ ਪੇਸ਼ ਹੋਣਗੇ, ਆਪ ਖੁਦ ਪੇਸ਼ ਹੋਣਗੇ। ਪਰ ਇਹਦੇ ਬਾਵਜੂਦ ਵੀ ਕਹਿੰਦੇ ਉਹ ਪੇਸ਼ ਨਹੀਂ ਹੋਏ। ਇਹਦੇ ਨਾਲ-ਨਾਲ ਕਹਿੰਦੇ ਮੈਂ ਖੁਦ ਚਿੱਠੀ ਲਿਖੀ ਅਤੁਲ ਨੰਦਾ ਨੂੰ ਕਿ ਤੁਸੀਂ ਇਹਦੇ ਵਿੱਚ ਪੇਸ਼ ਹੋਵੋ, ਕਹਿੰਦੇ ਉਹ ਤਾਂ ਵੀ ਪੇਸ਼ ਨਹੀਂ ਹੋਏ ਤੇ ਇਸ ਤੋਂ ਇਲਾਵਾ ਕਹਿੰਦੇ ਮੈਂ ਗ੍ਰਹਿ ਮੰਤਰਾਲੇ ਨੂੰ ਵੀ ਲਿਖ ਕੇ ਭੇਜਿਆ ਸੀਗਾ ਕਿ ਇਹ ਜਿਹੜਾ ਅਤੁਲ ਨੰਦਾ ਨੂੰ ਖੁਦ ਪੇਸ਼ ਹੋਣਾ ਚਾਹੀਦਾ ਪਰ ਉਹਦੇ ਬਾਵਜੂਦ ਵੀ ਉਹ ਪੇਸ਼ ਨਹੀਂ ਹੋਏ। ਤੇ ਦੂਜੇ ਪਾਸੇ ਕਹਿੰਦੇ 2.5 ਸਾਲ ਤੱਕ ਕਹਿੰਦੇ ਮੈਨੇ ਵਿਗਿਆਨਿਕ ਢੰਗ ਦੇ ਨਾਲ ਇਸ ਦੀ ਜਿਹੜੀ ਉਹ ਤਫਤੀਸ਼ ਕੀਤੀ ਸੀਗੀ। ਜਿਸ ਤਰ੍ਹਾਂ PhD ਦੀ ਡਿਗਰੀ ਦੀ ਥੀਸਿਸ ਲਿਖੇ ਜਾਂਦੇ ਨੇ, ਉਸ ਤਰੀਕੇ ਦੇ ਨਾਲ ਕਹਿੰਦੇ ਜਿਹੜੇ ਮੈਨੇ ਕੇਸ ਦੇ ਜਿਹੜੇ ਚਲਾਨ ਨੇ ਤੇ ਕੇਸ ਦੀ ਜਿਹੜੀ ਤਫਤੀਸ਼ ਹੈ, ਉਹਨੂੰ ਮੈਂ ਤਿਆਰ ਕੀਤਾ ਸੀ। CBI ਨੇ ਵੀ ਕਹਿੰਦੇ 4 ਸਾਲ ਲਾਤੇ ਸੀਗੇ ਇਹਦੀ ਕੇਸ ਨੂੰ ਇਨਵੈਸਟੀਗੇਸ਼ਨਾਂ ਕਰਨ ਨੂੰ, ਬੇਅਦਬੀ ਦੀਆਂ ਮਾਮਲਿਆਂ ਨੂੰ ਤੇ ਅੰਤ ਦੇ ਵਿੱਚ ਉਹਨਾਂ ਨੇ ਜਿਹੜਾ ਇਹਦੇ 'ਚ ਕਲੋਜ਼ਰ ਰਿਪੋਰਟ ਫਾਈਲ ਕਰ ਦਿੱਤੀ ਸੀ। ਪਰ ਇਹਦੇ ਬਾਵਜੂਦ ਵੀ ਕਹਿੰਦੇ ਸਾਡੇ ਕੋਲ ਜਦੋਂ ਕੇਸ ਆਇਆ ਅਸੀਂ 6 ਮਹੀਨੇ ਦੇ ਵਿੱਚ ਜਿਹੜਾ ਉਹ ਅਦਾਲਤ ਦੇ ਵਿੱਚ ਚਾਰਜ ਸ਼ੀਟ ਜਿਹੜੀ ਆ ਉਹ ਫਾਈਲ ਕਰ ਦਿੱਤੀ ਸੀ ਤੇ ਪਰ ਇਹਦੇ ਬਾਵਜੂਦ ਵੀ ਕੇਸ ਦੇ ਤੱਥਾਂ ਦੇ ਉੱਤੇ ਕਿਸੇ ਨੇ ਬਹਿਸ ਨਹੀਂ ਕੀਤੀ। ਸਿਰਫ ਟੈਕਨੀਕਲ ਆਧਾਰ ਦੇ ਉੱਤੇ ਹੀ ਇਸ ਕੇਸ ਨੂੰ ਤਕਨੀਕੀ ਆਧਾਰ ਦੇ ਉੱਤੇ ਕੇਸ ਤੇ ਲੜਿਆ ਗਿਆ ਕਿ ਇੱਕ ਚਲਾਨ ਦੇ ਉੱਤੇ ਇਹਦੇ ਇੱਕ ਜਿਹੜਾ ਅਦਾਲਤ ਦੇ ਵਿੱਚ ਜਿਹੜਾ ਚਲਾਨ ਪੇਸ਼ ਕੀਤੇ ਗਏ ਨੇ ਉਹਦੇ ਉੱਤੇ ਇੱਕੋ ਬੰਦੇ ਦੇ ਹਸਤਾਖਰ ਨੇ, SIT ਦੇ ਇੱਕੋ ਮੈਂਬਰ ਦੇ ਹਸਤਾਖਰ ਨੇ, ਬਾਕੀਆਂ ਦੇ ਹਸਤਾਖਰ ਰਹੇ ਹੀ ਨਹੀਂ। ਜਦ ਕਿ ਕਹਿੰਦਾ ਮੈਂ ਕਹਿੰਦਾ ਸੀ ਇਹਦੇ ਕੁਲਵੰਤ ਜੀ ਮੈਂ ਤੁਹਾਨੂੰ ਰੋਕਣਾ ਚਾਹੂੰਗਾ ਕਿ ਇਹ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹ ਸਵਾਲ ਚੁੱਕਿਆ ਜਾ ਰਿਹਾ ਸੀ ਕਿ SIT ਦੇ ਬਾਕੀ ਮੈਂਬਰ ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ ਹੈ ਉਹ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਸੀ ਤੇ ਇਸ ਕਰਕੇ ਉਹ SIT ਵਿੱਚ ਹੀ ਛੱਡ ਗਏ ਸੀ ਤੇ ਇਸੇ ਕਰਕੇ ਜਿਹੜਾ ਕੁੰਵਰ ਵਿਜੇ ਪ੍ਰਤਾਪ ਦੇ ਇਕੱਲਿਆਂ ਦੇ ਸਾਈਨ ਹੈ ਜਿਹਦੇ ਕਰਕੇ ਹਾਈ ਕੋਰਟ ਦੇ ਵੱਲੋਂ ਇਹ ਜਿਹੜੀ ਜਾਂਚ ਸੀਗੀ ਇਹਨੂੰ ਰੱਦ ਕਰ ਦਿੱਤਾ ਗਿਆ। ਹੁਣ ਇਸ ਤੇ ਤੁਸੀਂ ਦੱਸੋ ਕਿ ਕੁੰਵਰ ਵਿਜੇ ਪ੍ਰਤਾਪ ਕੀ ਕਹਿਣਾ ਚਾਹੁੰਦੇ? ਦੇਖੋ ਇਸ ਤਰ੍ਹਾਂ ਹੈ ਕਿ ਇਹਦੇ 'ਚ ਕੁੰਵਰ ਵਿਜੇ ਪ੍ਰਤਾਪ ਸਿੰਘ ਇੱਥੇ ਹੀ ਮੈਂ ਗੱਲ ਕਰ ਰਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਇਹ ਕਹਿਣਾ ਹੈ ਕਿ ਇਸੇ ਤਕਨੀਕੀ ਆਧਾਰ ਦੇ ਉੱਤੇ ਹੀ ਰੌਲਾ ਪਾਇਆ ਗਿਆ ਕਿ ਇਹਦੇ ਤੇ ਇੱਕ ਮੈਂਬਰ ਦੇ ਸਾਈਨ ਨੇ, ਬਾਕੀ ਮੈਂਬਰਾਂ ਦੇ ਸਾਈਨ ਹੀ ਨਹੀਂ ਹੈਗੇ। ਜਦ ਕਿ ਮੈਂ ਉਹਨਾਂ ਨੂੰ ਸ਼ੁਰੂ ਤੋਂ ਲੈ ਕੇ ਕਹਿੰਦਾ ਰਿਹਾ ਕਿ ਮੈਨੂੰ ਅਦਾਲਤ ਦੇ ਵਿੱਚ ਬਹਿਸ ਕਰਨ ਦਾ ਮੌਕਾ ਦਿਓ, ਮੈਂ ਅਦਾਲਤ ਦੇ ਵਿੱਚ ਬਹਿਸ ਕਰਕੇ ਇਹ ਸਾਬਤ ਕਰਾਂਗਾ। ਕਹਿੰਦੇ ਗਵਾਹਾਂ ਨੂੰ ਤਾਂ ਜਾਣ ਦਿਓ, ਅਦਾਲਤ ਦੇ ਵਿੱਚ ਜਿਹੜੇ ਉਹਨਾਂ ਨੂੰ ਅੱਗੇ ਉਹਨਾਂ ਤੋਂ ਪੁੱਛਗਿੱਛ ਤਾਂ ਅਦਾਲਤ ਵਿੱਚ ਹੋਣ ਦਿਓ। ਪਹਿਲਾਂ ਹੀ ਆਪਾਂ ਤਕਨੀਕੀ ਆਧਾਰ ਦੇ ਉੱਤੇ ਹੀ ਜਿਹੜੇ ਉਹ ਗੱਲ ਕਰਦੇ ਰਹਾਂਗੇ ਤੇ ਫਿਰ ਇਹ ਕੇਸ ਨੂੰ ਅੱਗੇ ਕਿਵੇਂ ਵਧਾਵਾਂਗੇ। ਪਰ ਇਹ ਗੱਲ ਕਿਸੇ ਨੇ ਸੁਣੀ ਨਹੀਂ ਹੈਗੀ। ਸਿਰਫ ਇੱਕੋ ਗੱਲ ਦੇ ਉੱਤੇ ਚੱਲਦਾ ਰਿਹਾ ਕਿ ਜਿਹੜਾ ਉਹ ਇੱਕੋ ਬੰਦੇ ਦੇ ਹਸਤਾਖਰ ਉੱਤੇ ਹੋਏ ਨੇ। ਹੁਣ ਉਹਨਾਂ ਦਾ ਕਹਿਣਾ ਕਿ ਪੁਲਿਸ ਰਿਪੋਰਟ ਨੂੰ ਜਿਹੜੇ ਹੁੰਦੀ ਹੈ ਉਹਨੂੰ ਚਾਰਜ ਸ਼ੀਟ ਵੀ ਕਿਹਾ ਜਾਂਦਾ, ਚਲਾਨ ਵੀ ਕਿਹਾ ਜਾਂਦਾ ਤੇ ਜਿਹੜਾ ਚਲਾਨ ਹੁੰਦਾ ਉਹ ਇੱਕ ਜਿਹੜਾ ਕਿਸੇ ਸਰਕਾਰ ਨੂੰ ਜਾਂ ਕਿਸੇ ਅਧਿਕਾਰੀ ਨੂੰ ਨਹੀਂ ਦਿੱਤੀ ਜਾਂਦੀ ਹੁੰਦੀ। ਚਲਾਨ ਜਿਹੜਾ ਉਹ ਅਦਾਲਤ ਨੂੰ ਦਿੱਤਾ ਜਾਣਾ ਹੁੰਦਾ, ਇਲਾਕਾ ਮੈਜਿਸਟਰੇਟ ਦੀ ਅਦਾਲਤ ਨੂੰ ਦਿੱਤਾ ਜਾਣਾ ਹੁੰਦਾ, ਕਿਸੇ ਉਹਨੂੰ ਨਹੀਂ ਦਿੱਤਾ ਜਾਣਾ ਹੁੰਦਾ, ਕਿਸੇ ਮੰਤਰੀ ਨੂੰ ਜਾਂ ਸੰਤਰੀ ਨੂੰ, ਸਰਕਾਰ ਨੂੰ ਜਾਂ ਫਿਰ ਕਿਸੇ ਅਧਿਕਾਰੀ ਨੂੰ ਨਹੀਂ ਭੇਜਣਾ ਹੁੰਦਾ। ਇਹਦੇ ਤੇ ਸਿਰਫ ਤੇ ਸਿਰਫ ਇੱਕੋ ਅਦਾਲਤ ਦੇ ਵਿੱਚ ਪੇਸ਼ ਹੋਣਾ ਹੁੰਦਾ ਤੇ ਜਿਹੜਾ ਤਫਤੀਸ਼ੀ ਅਧਿਕਾਰੀ ਹੁੰਦਾ ਉਹਦੇ ਇੱਕੋ ਅਧਿਕਾਰੀ ਦੇ ਸਾਈਨ ਜਿਹੜੇ ਨੇ ਉਹ ਜਿਹੜੇ ਆ ਉਹ ਕਾਫੀ ਹੁੰਦੇ ਨੇ। ਤੇ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਕਹਿੰਦੇ ਉਹ ਇਤਿਹਾਸ ਗਵਾਹ ਆਜ਼ਾਦੀ ਤੋਂ ਪਹਿਲਾਂ ਦਾ ਵੀ, ਆਜ਼ਾਦੀ ਤੋਂ ਬਾਅਦ ਦਾ ਵੀ, ਕਿ ਚਲਾਨ ਦੇ ਉੱਤੇ ਇੱਕ ਤੋਂ ਵੱਧ ਜਿਹੜੇ ਹਸਤਾਖਰ ਨੇ ਉਹ ਅੱਜ ਤੱਕ ਕਿਸੇ ਜਗ੍ਹਾ ਤੇ ਵੀ ਨਹੀਂ ਹੋਏ। ਇਹ ਮੁੱਦਾ ਹੈ ਹੀ ਨਹੀਂ ਸੀ ਜਿਹੜਾ ਜਿਸ ਮੁੱਦੇ ਤੇ ਬਹਿਸ ਕੀਤੀ ਗਈ ਹੈ। ਤੇ ਜੇਕਰ ਰਿਪੋਰਟ ਸਰਕਾਰ ਨੂੰ ਸੌਂਪਣੀ ਹੁੰਦੀ ਤਾਂ ਕਹਿੰਦੇ 5 ਅਧਿਕਾਰੀਆਂ ਦੇ ਜਿਹੜੇ ਹਸਤਾਖਰ ਸੀਗੇ ਉਹ ਜ਼ਰੂਰੀ ਸੀਗੇ। ਹਾਈ ਕੋਰਟ ਦੇ ਵਿੱਚ ਦਸਤਾਵੇਜ਼ ਦਿੱਤੇ ਗਏ ਨੇ, 5 ਅਧਿਕਾਰੀਆਂ ਦੇ ਜਿਹੜੇ ਹਸਤਾਖਰ ਨੇ ਉਹ ਜੇ ਕੋਈ ਦਸਤਾਵੇਜ਼ ਗਏ ਨੇ ਤਾਂ ਉਹਨਾਂ ਤੇ 5 ਅਧਿਕਾਰੀਆਂ ਦੇ ਹਸਤਾਖਰ ਜਿਹੜੇ ਸੀ ਉਹ ਉਹਦੇ ਤੇ ਲੱਗ ਕੇ ਗਏ ਸੀਗੇ। ਪਰ ਇਹ ਚਲਾਨ ਸੀਗਾ, ਜਦੋਂ ਚਲਾਨ ਜਾਂਦਾ ਹੈ ਤਾਂ ਉਦੋਂ SIT ਦੇ ਇੱਕ ਮੈਂਬਰ ਦੇ ਹਸਤਾਖਰ ਵੀ ਜਿਹੜੇ ਉਹ ਕਾਫੀ ਹੁੰਦੇ ਨੇ। ਪਰ ਜਿਹਨਾਂ ਨੇ ਸਾਫ਼ ਕਰਤਾ
ਜਿਹੜੇ ਲੋਕ ਇਹ ਰੌਲਾ ਪਾ ਰਹੇ ਸੀ ਕਿ ਇਸ ਕਰਕੇ ਤੇ ਲੋਕ ਜਿਹੜੇ ਹੈਗੇ ਆ ਦੂਜੇ 4 ਮੈਂਬਰ ਇਹਦੇ ਕਰਕੇ ਛੱਡ ਗਏ ਸੀ, ਇਹੀ ਕਾਰਨ ਹੈ ਕਿ ਜਿਹੜਾ ਹੈਗਾ ਇੱਕ ਮੈਂਬਰ ਦੇ ਸਾਈਨ ਦੇ ਕਰਕੇ ਰੱਦ ਹੋ ਗਈ। ਉਸ ਦੇ ਕੁੰਵਰ ਵਿਜੇ ਪ੍ਰਤਾਪ ਨੇ ਸਫਾਈ ਦੇ ਦਿੱਤੀ ਕਿ ਇਸ ਤਰੀਕੇ ਦੇ ਨਾਲ ਇਹ ਨਹੀਂ ਸੀ, ਮਾਮਲਾ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਬਿਲਕੁਲ ਮਾਮਲਾ ਗਲਤ ਤਰੀਕੇ ਨਾਲ ਪੇਸ਼ ਕੀਤਾ। ਇਹਦੇ ਗੱਲ ਦੇ ਉਹਨਾਂ ਨੇ ਸਬੂਤ ਵੀ ਦਿੱਤੇ ਨੇ। ਉਹਨਾਂ ਨੇ ਕਿਹਾ, ਉਹਨਾਂ ਨੇ ਸਾਬਤ ਕੀਤਾ ਕਿ ਜਦੋਂ ਬਹਿਬਲ ਕਲਾਂ ਗੋਲੀकांड ਦੇ ਵਿੱਚ ਗੋਲੀकांड ਕੇਸ ਦੇ ਵਿੱਚ ਜਿਹੜੀ ਇਹਦੀ ਜਾਂਚ ਸੀਗੀ ਉਹ ਮੋਗਾ ਦੇ ਐਸਐਸਪੀ ਕੋਲ ਸੀਗੀ। ਉਹਦੀ ਗ੍ਰਿਫਤਾਰੀ ਕਹਿੰਦੇ ਅਸੀਂ ਕੀਤੀ ਸੀ, ਉਹਨਾਂ ਦੀ ਸਾਡੀ ਟੀਮ ਨੇ ਕੀਤੀ ਸੀ ਤੇ ਉਸ ਦੇ ਵਿੱਚ ਜਿਹੜੇ ਉਹ ਜਦੋਂ ਚਲਾਨ ਪੇਸ਼ ਕੀਤਾ ਗਿਆ ਉਸ ਕੇਸ ਦੇ ਵਿੱਚ ਵੀ, ਤਾਂ ਉਹਦੇ ਚ ਮੋਗਾ ਦੇ ਐਸਐਸਪੀ ਸਤਿੰਦਰ ਸਿੰਘ ਦਾ, ਜਿਹੜੇ ਅੱਜ ਕੱਲ੍ਹ ਉੱਥੇ ਹੈਗੇ ਨੇ ਮੋਹਾਲੀ ਦੇ ਵਿੱਚ ਮੋਹਾਲੀ ਲੱਗੇ ਹੋਏ ਨੇ, ਸਤਿੰਦਰ ਸਿੰਘ ਦੇ ਹਸਤਾਖਰ ਨੇ ਉਹਦੇ ਵਿੱਚ ਸਤਿੰਦਰ ਸਿੰਘ ਦੇ ਹਸਤਾਖਰ ਹੋ ਕੇ ਜਿਹੜੇ ਨੇ ਉਹਦੇ ਵਿੱਚ ਚਲਾਨ ਪੇਸ਼ ਹੋਇਆ ਤੇ ਉਹਦੇ ਤੇ ਕਿਸੇ ਨੇ ਕਿੰਤੂ ਪਰੰਤੂ ਨਹੀਂ ਕੀਤੀ। ਪਰ ਜਦੋਂ ਕੋਟਕਪੂਰਾ ਕੇਸ ਦੇ ਵਿੱਚ ਜਦੋਂ ਮੈਂ ਚਲਾਨ ਪੇਸ਼ ਕੀਤਾ ਜਦੋਂ, ਤਾਂ ਉਹਦੇ ਤੇ ਇਹ ਇਸ਼ੂ ਬਣਾ ਦਿੱਤਾ ਗਿਆ ਤੇ ਇਹਦੇ ਤੇ ਇੱਕੋ ਹੀ ਅਧਿਕਾਰੀ ਦੇ ਹਸਤਾਖਰ ਨੇ। ਬਹਿਬਲ ਕਲਾਂ ਗੋਲੀकांड ਦੀ ਜਿਹੜੀ ਜਾਂਚ ਹੈ ਉਹ ਕਹਿੰਦੇ ਵੀ ਉਹ ਸਤਿੰਦਰ ਸਿੰਘ ਐਸਐਸਪੀ ਕੋਲ ਸੀਗੀ ਤੇ ਇਹਦੇ ਤੇ ਹਸਤਾਖਰ ਵੀ ਉਹਨਾਂ ਨੇ ਕੀਤੇ ਸੀਗੇ ਤੇ ਜਿਹੜੇ ਕੋਟਕਪੂਰਾ ਕੇਸ ਦੀ ਜਾਂਚ ਸੀਗੀ ਇਹ ਮੇਰੇ ਕੋਲੇ ਸੀਗੀ ਤੇ ਇਹ ਆਪਸ ਦੇ ਵਿੱਚ ਅਸੀਂ ਜਿਹੜਾ ਤੈਅ ਕੀਤਾ ਸੀਗਾ ਕਿ ਜਿਹਦੇ ਕੋਲ ਜਿਹਦੀ ਜਾਂਚ ਹੈਗੀ ਹੈ ਤੇ ਉਹ ਉਸੇ ਦੇ ਉੱਤੇ ਹਸਤਾਖਰ ਕਰਕੇ ਉਹ ਜਿਹੜਾ ਅਦਾਲਤ ਵਿੱਚ ਪੇਸ਼ ਕਰੇਗਾ। ਪਰ ਇਹਦੇ ਬਾਵਜੂਦ ਵੀ ਜਦੋਂ ਆਪਣਾ ਕੇਸ ਹੋਇਆ ਤਾਂ ਉਹਦੇ ਬਾਅਦ ਰੌਲਾ ਪੈ ਗਿਆ। ਉਹ ਕਹਿੰਦਾ ਭਾਰਤ ਦੇ ਜਿਹੜਾ ਸੰਵਿਧਾਨ ਹੈ ਉਹਦੇ ਚ 1 ਤੋਂ ਲੈ ਕੇ 595 ਆਰਟੀਕਲ ਨੇ। 595 ਆਰਟੀਕਲ ਦੇ ਵਿੱਚ ਕਹਿੰਦੇ ਇੱਕ ਵੀ ਜਿਹੜਾ ਮੈਨੂੰ ਇੱਕ ਚੀਜ਼ ਮੈਨੂੰ ਜ਼ਬਾਨੀ ਯਾਦ ਆ, ਭਾਰਤ ਦਾ ਸੰਵਿਧਾਨ ਮੈਨੂੰ ਜ਼ਬਾਨੀ ਯਾਦ ਹੈ। ਵਕਾਲਤ ਕੀਤੀ ਹੋਈ ਹੈ, ਉਹ ਵਕੀਲ ਨੇ, ਉਹ ਟੌਪਰ ਨੇ, ਉਹ ਗੋਲਡ ਮੈਡਲਿਸਟ ਨੇ ਵਕਾਲਤ ਦੇ ਵਿੱਚ ਵੀ। ਤੇ ਉਹ ਕਹਿੰਦੇ ਵੀ ਮੈਨੂੰ ਕੋਈ ਵੀ ਚੀਜ਼ ਤੁਸੀਂ ਜਿਹੜੀ ਆ ਉਹ ਮੈਨੂੰ ਪੁੱਛ ਸਕਦੇ ਹੋ। ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੈਂ ਕਹਿੰਦੇ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਕੀਤੀਆਂ ਨੇ। ਇਸ ਤੋਂ ਇਲਾਵਾ CRPC ਯਾਨੀ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ, ਜਿਹਦੇ ਤਹਿਤ ਚਲਾਨ ਪੇਸ਼ ਹੁੰਦਾ, ਜਿਹਦੇ ਤਹਿਤ ਅਦਾਲਤੀ ਕਾਰਵਾਈ ਜਿਹੜੀ ਕੀਤੀ ਜਾਂਦੀ, ਜਿਹਦੇ ਤਹਿਤ ਜਿਹੜੀਆਂ ਪੁਲਿਸ ਨੂੰ ਪਾਵਰਾਂ ਦਿੱਤੀਆਂ ਜਾਂਦੀਆਂ ਨੇ, ਉਹਦੇ ਉਸ ਪ੍ਰੋਸੀਜਰ ਦੇ ਅਨੁਸਾਰ ਮੈਂ ਸਾਰਾ ਫਾਲੋ ਕੀਤਾ। ਜਿਹੜੀ ਤਫਤੀਸ਼ ਕੀਤੀ ਗਈ ਉਹ ਪੁਲਿਸ ਰੂਲ ਜਿਹੜੀ ਐਕਟ ਹੁੰਦਾ, ਉਹਨਾਂ ਕਿਤਾਬ ਹੁੰਦੀ ਹੈ, ਉਹਨਾਂ ਨੇ ਤਿੰਨੋਂ ਕਿਤਾਬਾਂ ਜਿਹੜੀਆਂ ਸਾਹਮਣੇ ਰੱਖ ਕੇ ਦੱਸਤੀਆਂ ਵੀ ਇਹਨਾਂ ਤਿੰਨੋਂ ਕਿਤਾਬਾਂ ਨੂੰ ਬਿਲਕੁਲ ਤੁਸੀਂ ਵਿਸਥਾਰ ਦੇ ਨਾਲ ਜਿਹੜੀ ਮਰਜ਼ੀ ਚੀਜ਼ ਤੁਸੀਂ ਮੇਰੇ ਤੋਂ ਇਹਨਾਂ ਨੂੰ ਪੁੱਛ ਸਕਦੇ ਹੋ। ਇਹਨਾਂ ਤਿੰਨਾਂ ਕਿਤਾਬਾਂ ਤੋਂ ਬਾਅਦ ਜਿਹੜਾ ਕਾਨੂੰਨ ਜਿਹੜਾ ਉਹ ਨਹੀਂ ਹੁੰਦਾ। ਇਹਨਾਂ ਤਿੰਨੋਂ ਕਿਤਾਬਾਂ ਦੇ ਅਨੁਸਾਰ ਹੀ ਮੈਂ ਸਾਰਾ ਕੰਮ ਕੀਤਾ ਹੈਗਾ। ਪਰ ਇਹਦੇ ਬਾਵਜੂਦ ਇਹਨਾਂ ਤਿੰਨਾਂ ਕਿਤਾਬਾਂ ਦੇ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਗਿਆ ਕਿ ਇਹ ਚਲਾਨ ਜਿਹੜਾ ਸੀਗਾ ਉਹਦੇ ਤੇ 3 ਅਧਿਕਾਰੀਆਂ ਦੇ ਹਸਤਾਖਰ ਹੋਣੇ ਚਾਹੀਦੇ ਨੇ, ਜਾਂ 5 ਅਧਿਕਾਰੀਆਂ ਦੇ ਹਸਤਾਖਰ ਹੋਣੇ ਚਾਹੀਦੇ, SIT ਦੇ ਸਾਰੇ ਮੈਂਬਰਾਂ ਦੇ। ਇਕੱਲੇ ਦੇ ਹਸਤਾਖਰ ਜਿਹੜੇ ਹੋਣ ਤਾਂ ਉਹ ਮਨਜ਼ੂਰ ਨਹੀਂ ਹੋਏਗਾ। ਇਸ ਤੋਂ ਇਲਾਵਾ ਉਹ ਕਹਿੰਦੇ ਵੀ ਜਦੋਂ ਕੇਸ ਜਿਹੜਾ ਸੀਗਾ ਉਹ ਕੋਟਕਪੂਰਾ ਦੀ ਅਦਾਲਤ ਦੇ ਵਿੱਚ ਜਦੋਂ ਅਸੀਂ ਇਹ ਚਲਾਨ ਪੇਸ਼ ਕੀਤਾ ਸੀਗਾ, ਤਾਂ ਉਦੋਂ ਮਾਨਯੋਗ ਅਦਾਲਤ ਨੇ ਚਲਾਨ ਉਹਦੇ ਵਿੱਚ ਇੱਕ ਹੁਕਮ ਪਾਸ ਕੀਤਾ ਗਿਆ। ਚਲਾਨ ਜਦੋਂ ਪੇਸ਼ ਹੋ ਗਿਆ ਉਸ ਤੋਂ ਬਾਅਦ ਹੁਕਮ ਪਾਸ ਕੀਤਾ ਕਿ ਚਲਾਨ ਜਿਹੜਾ ਉਹ ਪੇਸ਼ ਕੀਤਾ ਗਿਆ, ਚਲਾਨ ਨੂੰ ਜਾਂਚਿਆ ਗਿਆ, ਦਰੁਸਤ ਪਾਇਆ ਗਿਆ। ਜਦੋਂ ਉਹ ਚਲਾਨ ਜਿਹੜਾ ਉਹ ਦਰੁਸਤ ਪਾਇਆ ਗਿਆ ਤਾਂ ਫਿਰ ਉਹ ਅੱਗੇ ਕੋਰਟ ਦੇ ਵਿੱਚ ਅੱਗੇ ਉਹਦੀ ਕਾਰਵਾਈ ਸ਼ੁਰੂ ਹੋ ਗਈ। ਤੇ ਉਸ ਤੋਂ ਬਾਅਦ ਅਸੀਂ ਕਹਿੰਦਾ ਉਹ ਜਿਹੜੇ ਮੁਲਜ਼ਮ ਸੀਗੇ, ਅਦਾਲਤ ਨੇ ਉਹਨਾਂ ਮੁਲਜ਼ਮਾਂ ਨੂੰ ਸੱਦ ਲਿਆ ਉੱਥੇ। ਜਦੋਂ ਅਦਾਲਤ ਨੇ ਮੁਲਜ਼ਮਾਂ ਨੂੰ ਸੱਦਿਆ ਤਾਂ ਮੁਲਜ਼ਮਾਂ ਨੇ ਉਹ ਪਹਿਲਾਂ ਹੀ ਆਬਜੈਕਸ਼ਨ ਉਹਦੇ ਤੇ ਕਰਤਾ ਕਿ ਇਹਦੇ ਤੇ 5 ਅਧਿਕਾਰੀਆਂ ਤੇ ਹਸਤਾਖਰ ਨਹੀਂ ਹੈਗੇ, ਸਾਰਿਆਂ ਦੇ ਅਧਿਕਾਰੀਆਂ ਦੇ SIT ਦੇ ਸਾਰਿਆਂ ਦੇ ਹਸਤਾਖਰ ਨਹੀਂ ਹੈਗੇ। ਤਾਂ ਫਿਰ ਉਹਦੇ ਤੇ ਬਹਿਸ ਹੋਈ। ਲੰਬੀ ਬਹਿਸ ਹੋਣ ਤੋਂ ਬਾਅਦ JMIC ਫਰੀਦਕੋਟ ਦੀ ਅਦਾਲਤ ਨੇ ਇਹ ਹੁਕਮ ਪਾਸ ਕੀਤਾ ਕਿ ਜਿਹੜੇ 3 ਮਹੀਨੇ ਬਹਿਸ ਕਹਿੰਦੇ 3 ਮਹੀਨੇ ਬਹਿਸ ਹੋਈ। ਜਦੋਂ 3 ਮਹੀਨੇ ਬਹਿਸ ਹੋਣ ਤੋਂ ਬਾਅਦ ਇਹ JMIC ਅਦਾਲਤ ਨੇ ਹੁਕਮ ਪਾਸ ਕੀਤਾ ਕਿ ਜਿਹੜੇ ਆਬਜੈਕਸ਼ਨ ਚਲਾਨ ਦੇ ਉੱਤੇ 5 ਅਧਿਕਾਰੀਆਂ ਦੇ ਹਸਤਾਖਰ ਨਾ ਕੀਤੇ ਜਾਣ ਦੇ ਮੁਲਜ਼ਮ ਪੱਖ ਵੱਲੋਂ ਕੀਤੇ ਗਏ ਸੀਗੇ, ਉਹ ਸਾਰੇ ਜਿਹੜੇ ਨੇ ਉਹ ਗਲਤ ਨੇ, ਉਹਨਾਂ ਦਾ ਕੋਈ ਆਧਾਰ ਨਹੀਂ ਹੈਗਾ। ਇਹਦੇ ਤੇ ਇੱਕ ਅਧਿਕਾਰੀ ਦੇ ਹਸਤਾਖਰ ਜਿਹੜੇ ਕਾਫੀ ਸੀਗੇ ਤੇ ਇਹਨੂੰ ਮਨਜ਼ੂਰ ਕੀਤਾ ਜਾਂਦਾ। ਉਸ ਤੋਂ ਬਾਅਦ ਉਹ ਕਿਉਂਕਿ ਉਹ ਸੈਸ਼ਨ ਕੋਰਟ ਦੇ ਵਿੱਚ ਟ੍ਰਾਇਲ ਸੀਗਾ ਤਾਂ JMIC ਨੇ ਉਹ ਸੈਸ਼ਨ ਅਦਾਲਤ ਦੇ ਵਿੱਚ ਉਹ ਸਾਰੀ ਜਿਹੜੀ ਫਾਈਲ ਅੱਗੇ ਭੇਜਤੀ। ਸੈਸ਼ਨ ਅਦਾਲਤ ਦੇ ਵਿੱਚ ਵੀ ਕਹਿੰਦੇ ਉਹੀ ਚੀਜ਼ ਜਿਹੜੀ ਸੀ ਸਾਰੀ ਦੀ ਸਾਰੀ ਉਹਨਾਂ ਨੇ ਦੁਬਾਰਾ ਉਹ ਮੁੱਦਾ ਜਿਹੜਾ ਦੁਬਾਰਾ ਚੁੱਕ ਲਿਆ ਕਿ ਇਹਦੇ 'ਚ 5 ਅਧਿਕਾਰੀਆਂ ਦੇ ਹਸਤਾਖਰ ਨਹੀਂ ਹੈਗੇ। ਸੈਸ਼ਨ ਅਦਾਲਤ ਦੇ ਵਿੱਚ ਵੀ ਸਾਰਾ ਮੁੱਦਾ ਜਿਹੜਾ 2-3 ਮਹੀਨੇ ਚੱਲਿਆ। 2-3 ਮਹੀਨੇ ਦੇ ਬਾਅਦ ਸੈਸ਼ਨ ਅਦਾਲਤ ਨੇ ਵੀ ਉਹੀ ਹੁਕਮ ਪਾਸ ਕਰਤਾ ਜਿਹੜਾ JMIC ਫਰੀਦਕੋਟ ਦੀ ਅਦਾਲਤ ਨੇ ਕੀਤਾ ਸੀਗਾ ਕਿ ਇਹ ਉਹਦੇ ਕੋਲ ਕੁੰਵਰ ਵਿਜੇ ਪ੍ਰਤਾਪ ਸਿੰਘ ਕੋਲੇ ਅਧਿਕਾਰ ਸੀਗੇ ਕਿ ਉਹ ਚਲਾਨ ਦੇ ਉੱਤੇ ਇਕੱਲੇ ਹੀ ਹਸਤਾਖਰ ਕਰਕੇ ਉਹਦੇ 'ਚ ਅਦਾਲਤ 'ਚ ਪੇਸ਼ ਕਰ ਸਕਦਾ। ਸੋ ਉੱਥੇ ਵੀ ਜਿਹੜੇ ਉਹ ਮੁਲਜ਼ਮ ਪੱਖ ਦਾ ਜਿਹੜਾ ਉਹ ਕੋਈ ਸੁਣਵਾਈ ਨਹੀਂ ਹੋ ਪਾਈ। ਉੱਥੇ ਵੀ ਉਹਨਾਂ ਨੂੰ ਉਹ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਮਾਮਲਾ ਜਿਹੜਾ ਸੀਗਾ ਉਹ ਉਹਦੇ 'ਚ ਅੱਗੇ ਚੱਲ ਪਿਆ ਤੇ ਸਾਰਾ ਦਾ ਸਾਰਾ ਕੇਸ ਦੀ ਜਦੋਂ ਉਹਨਾਂ ਨੂੰ ਕਾਰਵਾਈ ਸ਼ੁਰੂ ਹੋ ਗਈ ਤਾਂ ਅੱਗੇ ਜਿਹੜੀ ਚੀਜ਼ ਜਿਹੜੀ ਆ ਉਹ ਚਲੀ ਗਈ ਹਾਈ ਕੋਰਟ ਦੇ ਵਿੱਚ।
ਹਾਈ ਕੋਰਟ ਦੇ ਵਿੱਚ ਜਿਹੜਾ ਸੀਗਾ ਉਹ ਟ੍ਰਾਇਲ ਜਿਹੜੀ ਸੀ ਫਰੀਦਕੋਟ ਅਦਾਲਤ 'ਚ ਹੋਣਾ ਸੀਗਾ। ਹਾਈ ਕੋਰਟ ਦੇ ਵਿੱਚ ਉਹਨਾਂ ਨੇ ਅੱਗੇ ਜਾ ਕੇ ਉਹ ਅਪੀਲ ਫਾਈਲ ਕਰਤੀ। ਉਹ ਸਿਵਲ ਰਿਟ ਜਿਹੜੀ ਫਾਈਲ ਕੀਤੀ ਗਈ ਸੀ ਉੱਥੇ, ਸਿਵਲ ਰਿਟ। ਕ੍ਰਿਮੀਨਲ ਰਿਟ ਜਿਹੜੀ ਹੋਰ ਹੁੰਦੀ ਹੈ, ਸਿਵਲ ਰਿਟ ਜਿਹੜੀ ਹੋਰ ਹੁੰਦੀ ਹੈ। ਫੌਜਦਾਰੀ ਤੇ ਜਿਹੜੀ ਹੈ ਦੀਵਾਨੀ ਮੁਕੱਦਮੇ ਜਿਹੜੇ ਦੋਨੋਂ ਵੱਖਰੇ ਹੁੰਦੇ, ਸਿਵਲ ਹੁੰਦਾ, ਦੀਵਾਨੀ। ਤੇ ਉਹ ਦੀਵਾਨੀ ਜਿਹੜੀ ਆ ਉਹਨਾਂ ਨੇ ਇੱਕ ਰਿਟ ਪਾਈ ਗਈ ਉੱਥੇ, ਤਾਂ ਉਹਦੇ ਵਿੱਚ ਹਾਈ ਕੋਰਟ ਦੇ ਵਿੱਚ ਜਿਹੜੀ ਰਿਟ ਪਾਈ ਤਾਂ ਨਾਲ ਦੀਆਂ ਜਿਹੜਾ ਉਸ ਤੋਂ ਬਾਅਦ ਲੋਕਡਾਊਨ ਲੱਗ ਗਿਆ ਤਾਂ ਲੋਕਾਂ ਨੂੰ ਲੱਗਾ ਕਿ ਜਿਹੜਾ ਉਹ ਕੇਸ ਜਿਹੜਾ ਉਹ ਚੱਲ ਪਿਆ, ਅੱਗੇ ਜਿਹੜਾ ਕੇਸ ਚੱਲ ਪਿਆ ਕਿਉਂਕਿ ਉਹ ਅੱਗੇ ਕੋਈ ਕਾਰਵਾਈ ਨਹੀਂ ਹੋ ਪਾਈ। ਤੇ ਉਹ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਵਕੀਲਾਂ ਨੂੰ ਕਿਹਾ ਕਿ ਤੁਸੀਂ ਭੁੱਲ ਜਾਓ ਕਿ ਜਿਹੜੇ ਇਹਦੇ ਅੰਦਰ ਜਿਹੜੇ ਤਕਨੀਕੀ ਜਿਹੜੀਆਂ ਗੱਲਾਂ ਕੀ ਨੇ, ਤੁਸੀਂ ਤੱਥਾਂ ਤੇ ਜਾਓ। ਜਿਹੜੇ ਉਹਦੇ ਵਿੱਚ ਕੇਸ ਦੇ ਵਿੱਚ ਜੋ ਤੱਥ ਪੇਸ਼ ਕੀਤੇ ਗਏ ਨੇ ਤੁਸੀਂ ਉਹਦੇ ਤੇ ਬਹਿਸ ਕਰੋ। ਮੈਨੂੰ ਵੀ ਇੱਕ ਮੌਕਾ ਦਿਓ, ਜੇ ਤੁਸੀਂ ਨਹੀਂ ਕਰਨੀ ਤਾਂ ਮੈਨੂੰ ਇੱਕ ਮੌਕਾ ਦਿਓ ਕਿ ਮੈਂ ਬਹਿਸ ਕਰਕੇ ਜਿਹੜਾ ਇਸ ਚੀਜ਼ ਨੂੰ ਸਾਬਤ ਕਰਾਂਗਾ ਕਿ ਜੋ ਇਹ ਰਿਪੋਰਟ ਫਾਈਲ ਕੀਤੀ ਗਈ ਹੈ ਉਹ ਸਾਰੀ ਦੀ ਸਾਰੀ ਬਿਲਕੁਲ ਤੱਥਾਂ ਦੇ ਆਧਾਰ ਤੇ। ਆਪਣੇ ਵਕੀਲਾਂ ਦੀ ਨਾਕਾਮੀ ਦੇਖ ਕੇ ਉਹਨਾਂ ਨੂੰ ਇਹ ਲੱਗਿਆ ਕਿ ਮੈਨੂੰ ਆਪ ਨੂੰ ਖੁਦ ਨੂੰ ਬਹਿਸ ਕਰ ਲੈਣੀ ਚਾਹੀਦੀ ਹੈ। ਬਿਲਕੁਲ, ਉਹਨਾਂ ਨੇ ਕਿਹਾ ਕਿ ਮੈਂ ਬਹਿਸ ਕਰਨ ਨੂੰ ਤਿਆਰ ਹਾਂ। ਜੇ ਵਕੀਲ ਤੁਹਾਡੇ ਵਿੱਚੋਂ ਕੋਈ ਗੱਲ ਨਹੀਂ ਇਹਦੇ ਤੇ ਤਕਨੀਕੀ ਆਧਾਰ ਜਾਂ ਤੁਹਾਨੂੰ ਨਹੀਂ ਸਮਝ ਆ ਰਹੀ ਤਾਂ ਮੈਂ ਉਹਦੇ ਤੇ ਅੰਦਰੋਂ ਬਹਿਸ ਕਰਨ ਨੂੰ ਤਿਆਰ ਹਾਂ, ਮੈਨੂੰ ਇੱਕ ਮੌਕਾ ਦਿੱਤਾ ਜਾਵੇ। ਤਾਂ ਕਹਿੰਦੇ ਨਾ ਤਾਂ ਉਹਨਾਂ ਨੇ ਆਪ ਸਹੀ ਢੰਗ ਦੇ ਨਾਲ ਬਹਿਸ ਕੀਤੀ ਤੇ ਨਾ ਹੀ ਜਿਹੜੀ ਆ ਉਹਨਾਂ ਨੇ ਮੈਨੂੰ ਕਰਨ ਦਿੱਤੀ। ਸੈਸ਼ਨ ਟ੍ਰਾਇਲ ਜਿਹੜਾ ਸੀ ਉਹ ਸ਼ੁਰੂ ਹੋ ਚੁੱਕਾ ਸੀ ਤੇ ਉਸ ਦੌਰਾਨ ਵੀ ਜਿਹੜਾ ਉਹ ਜਦੋਂ ਸੈਸ਼ਨਸ ਟ੍ਰਾਇਲ ਜਿਹੜੇ ਸ਼ੁਰੂ ਹੋ ਜਾਵੇ ਤਾਂ ਹਾਈ ਕੋਰਟ ਦੇ ਜਿਹੜੀਆਂ ਅਧਿਕਾਰ ਖੇਤਰ ਤੋਂ ਵਿੱਚ ਨਹੀਂ ਆਉਂਦਾ ਕਿ ਸਿਵਲ ਰਿਟ ਪਟੀਸ਼ਨ ਦੇ ਉੱਤੇ ਜਿਹੜੀ ਉਹ ਬਹਿਸ ਕਰਕੇ ਤੇ ਉਹਦੇ ਤੇ ਜਿਹੜਾ ਅੱਗੇ ਕੋਈ ਫੈਸਲਾ ਸੁਣਾਇਆ ਜਾਵੇ। ਪਰ ਇਹਦੇ ਬਾਵਜੂਦ ਵੀ ਹਾਈ ਕੋਰਟ ਦੇ ਵਿੱਚ ਜਿਹੜੀ ਆ ਉਹ ਮੁਲਜ਼ਮ ਪੱਖ ਦੇ ਵਕੀਲ ਨੇ ਜਿਹੜੇ ਉਹ ਬਹਿਸ ਕੀਤੀ, ਦੂਜੇ ਪਾਸੋਂ ਤੇ ਅਦਾਲਤ ਤੋਂ ਮੰਗ ਕੀਤੀ ਕਿ ਸਿਵਲ ਰਿਟ ਪਟੀਸ਼ਨ ਤੇ ਜਿਹੜੀ ਆ ਉਹ ਇਹ ਕਾਰਵਾਈ ਕੀਤੀ ਜਾਵੇ, ਜਦ ਕਿ ਉਹਦੇ ਤੇ ਕਾਰਵਾਈ ਨਹੀਂ ਕੀਤੀ ਜਾ ਸਕਦੀ ਸੀ। ਤੇ ਉਹ ਕਹਿੰਦੇ ਕਿ ਦਿੱਲੀੋਂ ਵਕੀਲ ਆਉਂਦੇ ਹੁੰਦੇ ਸੀ ਸਾਡੇ ਜਿਹੜਾ ਕੇਸ ਲੜਨ ਲਈ, ਦਿੱਲੀੋਂ ਵਕੀਲ ਆਉਂਦੇ ਹੁੰਦੇ ਸੀਗੇ। ਅਤੁਲ ਨੰਦਾ ਜਿਹੜਾ ਉਹ ਕੇਸ ਨਹੀਂ ਲੜੇ, ਅਤੁਲ ਨੰਦਾ ਇਸ ਕੇਸ ਨੂੰ ਨਹੀਂ ਲੜਿਆ। ਅਤੁਲ ਨੰਦਾ ਨੇ ਦਿੱਲੀੋਂ ਵਕੀਲ ਆਉਂਦੇ ਹੁੰਦੇ ਸੀਗੇ ਜਿਨ੍ਹਾਂ ਦੀ ਫੀਸ ਜਿਹੜੀ ਸੀਗੀ ਉਹ ਇੰਨੀ ਸੀਗੀ ਕਿ ਜਿਹੜੀ ਮੈਂ ਇੱਕ ਦਿਨ ਦੀ ਫੀਸ ਇੰਨੀ ਹੁੰਦੀ ਸੀ ਕਿ ਜਿਹੜੀ ਮੇਰੀ 3 ਸਾਲ ਦੀ ਜਿਹੜੀ ਤਨਖਾਹ ਹੁੰਦੀ ਸੀ। ਤੇ ਇੰਨੇ ਵੱਡੇ ਵਕੀਲ ਹੁੰਦੇ ਸੀ ਕਿ ਅਸੀਂ ਉਹਨਾਂ ਨਾਲ ਗੱਲ ਕਰਨ ਤੋਂ ਵੀ ਡਰਦੇ ਸੀ। ਇੱਕ ਉਹਨਾਂ ਕੋਲ ਇੱਕ 2 ਮਿੰਟ ਗੱਲ ਕਰਨ ਦਾ ਵੀ ਅਸੀਂ ਜਿਹੜਾ ਵੱਡਾ ਉਹ ਸਮਝਿਆ ਜਾਂਦਾ ਸੀਗਾ ਵੀ ਬੜਾ ਵੱਡੀ ਗੱਲ ਹੈ, ਇੱਕ 2 ਮਿੰਟ ਵੀ ਗੱਲ ਹੋਣੀ। ਉਹ ਦਿੱਲੀ ਅਸੀਂ ਜਾਂਦੇ ਹੁੰਦੇ ਸੀ ਤੇ ਸਾਨੂੰ ਜਿਹੜਾ ਉੱਥੇ ਬਾਹਰ ਇਸ ਤਰ੍ਹਾਂ ਜਿਹੜੇ ਮੈਂਬਰ ਜਾਂਚ ਕਰ ਰਹੇ ਆ ਜਿਨ੍ਹਾਂ ਦੀ ਰਿਪੋਰਟ ਨੂੰ ਤੁਸੀਂ ਡਿਫੈਂਡ ਕਰਨਾ ਹੈ, ਜੇਕਰ ਤੁਸੀਂ ਉਹਨਾਂ ਨਾਲ ਹੀ ਗੱਲ ਕਰਨ ਦਾ ਤੁਹਾਡੇ ਕੋਲ ਟਾਈਮ ਹੈ ਨਹੀਂ ਤਾਂ ਫਿਰ ਕੇਸ ਦਾ ਤੁਹਾਨੂੰ ਪਤਾ ਹੀ ਹੈ ਕਿੱਧਰ ਜਾਣਾ ਸੀ। ਬਿਲਕੁਲ, ਤੇ ਕਹਿੰਦੇ ਜਦੋਂ ਅਸੀਂ ਦਿੱਲੀ ਜਾਂਦੇ ਸੀ ਕੇਸ ਦੀ ਬਰੀਫਿੰਗ ਕਰਨ ਲਈ ਉਹਨਾਂ ਵਕੀਲਾਂ ਨੂੰ ਤਾਂ ਸਾਨੂੰ ਇਸ ਤਰ੍ਹਾਂ ਬਾਹਰ ਖੜਾ ਹੁੰਦਾ ਜਿਵੇਂ ਚਪੜਾਸੀ ਹੁੰਦੇ ਸੀ। ਸਾਨੂੰ ਇਸ ਤਰ੍ਹਾਂ ਦੇ ਟ੍ਰੀਟ ਕੀਤਾ, ਇੰਨਾ ਡਿਮੋਰਲਾਈਜ਼ ਹੋਇਆ ਕਹਿੰਦੇ ਮੈਂ ਉਸ ਮਾਮਲੇ ਦੇ ਵਿੱਚ ਕਿ ਬਾਹਰ ਖੜਾ ਰਹਿਣਾ ਪੈਂਦਾ ਸੀਗਾ ਬਰੀਫਿੰਗ ਕਰਨ ਵੇਲੇ ਵੀ। ਤੇ ਜਦੋਂ ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਕਹਿੰਦੇ ਮੈਂ ਉਹਦੇ ਕੇਸ ਦੇ ਵਿੱਚ ਹਾਰ ਨਹੀਂ ਮੰਨੀ। ਮੈਂ ਸਾਰਾ ਦਾ ਸਾਰੇ ਜਿਹੜੇ ਤੱਥਾਂ ਦੇ ਆਧਾਰ ਦੇ ਉੱਤੇ ਅੱਗੇ ਤੁਰਦਾ ਚਲਾ ਗਿਆ। ਤੇ ਬਾਕੀ ਜਿਹੜੀਆਂ ਗੱਲਾਂ ਉਹਨਾਂ ਨੇ ਸਾਰੀਆਂ ਦੱਸੀਆਂ ਨੇ ਵੀ ਆਪਣਾ ਸਾਰੀਆਂ ਕਿਤਾਬਾਂ ਦੇ ਆਧਾਰ ਤੇ ਕਾਨੂੰਨ ਦੇ ਅਨੁਸਾਰ ਅਸੀਂ ਸਾਰੀ ਗੱਲ ਕੀਤੀ ਹੈ। ਕੋਈ ਵੀ ਜਿਹੜਾ ਮੇਰੇ ਨਾਲ ਆ ਕੇ ਬਹਿਸ ਕਰ ਲਵੇ ਵੀ ਅਸੀਂ ਹਰ ਇੱਕ ਚੀਜ਼ ਦਾ ਮੇਰੇ ਕੋਲ ਜਵਾਬ ਸੀਗਾ। ਪਰ ਇਹਦੇ ਬਾਵਜੂਦ ਵੀ ਜਿਹੜਾ ਇਹਨਾਂ ਨੂੰ ਕਿਸੇ ਤਰੀਕੇ ਦੀ ਜਿਹੜੀ ਹੈ ਉਹ ਸੁਣਵਾਈ ਨਹੀਂ ਹੋ ਪਾਈ ਤੇ ਅੱਜ ਜਿਹੜੀ ਹੈ ਇਹ ਹਾਲਾਤ ਇੱਥੋਂ ਤੱਕ ਪਹੁੰਚੇ। ਕਹਿੰਦੇ ਜਿਹੜੇ ਵਕੀਲ ਸੀ ਇਹ ਤਾਜ ਹੋਟਲ ਤੋਂ ਘੱਟ ਕਹਿੰਦੇ ਰਹਿੰਦੇ ਨਹੀਂ ਸੀ। ਬਿਲਕੁਲ, ਇੱਥੇ ਵੀ ਆਉਨੇ ਆਪਾਂ ਕਿਉਂਕਿ ਵਕੀਲ ਜਿਹੜੇ ਸੀ ਉੱਥੇ ਆਉਂਦੇ ਸੀਗੇ ਉਹ ਕਹਿੰਦੇ ਵੀ ਉਹ ਤਾਜ ਹੋਟਲ ਦੇ ਵਿੱਚ ਠਹਿਰਾਇਆ ਜਾਂਦਾ ਸੀ ਉੱਥੇ ਕਿ ਇੱਕ ਬਹੁਤ ਮਹਿੰਗਾ ਤਾਜ ਹੋਟਲ ਹੈ। ਕਹਿੰਦੇ ਇੱਕ ਵਾਰ ਮੈਂ ਉਹਨਾਂ ਨੂੰ ਤਾਜ ਹੋਟਲ ਦੇ ਵਿੱਚ ਉੱਥੇ ਕੋਈ ਕਾਨਫਰੰਸ ਚੱਲ ਰਹੀ ਸੀ ਤੇ ਮੈਂ ਉੱਥੇ ਮੈਰੀਅਟ ਵੀ 5 ਸਟਾਰ ਹੋਟਲ ਹੈਗਾ, JW ਮੈਰੀਅਟ ਜਿਹੜਾ ਚੰਡੀਗੜ੍ਹ ਦੇ ਵਿੱਚ ਹੈਗਾ 5 ਸਟਾਰ ਹੋਟਲ ਆ ਉੱਥੇ। ਤਾਂ ਮੈਰੀਅਟ ਦੇ ਵਿੱਚ ਮੈਂ ਉਹਨਾਂ ਨੂੰ ਰੁਕਵਾਇਆ ਤਾਂ ਉੱਥੇ ਵੀ ਉਹਨਾਂ ਨੇ ਕਾਫੀ ਕੁਝ ਕਿੰਤੂ ਪਰੰਤੂ ਕੀਤਾ ਵੀ ਇਹ ਏਦਾਂ ਇਹ ਹੋਟਲ 'ਚ ਸਾਨੂੰ ਕਿਉਂ ਠਹਿਰਾ ਦਿੱਤਾ ਗਿਆ। ਇੱਕ ਦਿਨ ਪਹਿਲਾਂ ਵਕੀਲਾਂ ਦੀ ਹੜਤਾਲ ਸੀ ਕਹਿੰਦੇ ਤੇ ਸਾਨੂੰ ਪਤਾ ਵੀ ਲੱਗ ਗਿਆ ਸਾਰਿਆਂ ਨੂੰ ਵੀ ਇੱਕ ਹੜਤਾਲ ਚੱਲ ਰਹੀ ਹੈ ਵਕੀਲਾਂ ਦੀ। ਉਹਦੇ ਬਾਵਜੂਦ ਵੀ ਜਿਹੜਾ ਸਰਕਾਰ ਦੇ ਉੱਤੇ ਉਹ ਖਰਚਾ ਪਾ ਦਿੱਤਾ ਗਿਆ 55 ਲੱਖ ਰੁਪਏ ਦੇ ਜਿਹੜਾ ਵੱਡਾ ਜਿਹੜਾ ਉਹ ਖਰਚਾ ਪਿਆ ਹੈਗਾ ਕਈ ਮਾਮਲਿਆਂ ਦੇ ਵਿੱਚ। ਸੋ ਬੜਾ ਜਿਹੜੇ ਗੰਭੀਰ ਜਿਹੜੇ ਨੇ ਉਹ ਇਹਨਾਂ ਦੇ ਇਲਜ਼ਾਮ ਲੱਗੇ ਨੇ ਟੋਟਲ ਦੇ ਟੋਟਲ। ਤੇ ਨਾਲ ਹੀ ਜਿਹੜਾ ਹੈਗਾ ਉਹ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਮੈਂ ਇਸ ਮਾਮਲੇ ਦੇ ਵਿੱਚ ਹਰ ਉਹ ਦਰਵਾਜ਼ਾ ਖੜਕਾਇਆ ਜਿਸ ਤੋਂ ਮੈਨੂੰ ਇਨਸਾਫ ਦੀ ਉਮੀਦ ਸੀਗੀ। ਪਰ ਇਹਦੇ ਬਾਵਜੂਦ ਵੀ ਮੈਨੂੰ ਕਿਸੇ ਪਾਸੋਂ ਕੋਈ ਇਨਸਾਫ ਨਹੀਂ ਮਿਲਿਆ ਤੇ ਅੱਜ ਜਿਹੜਾ ਮੈਂ ਅਸਤੀਫਾ ਦੇਣ ਦੀ ਹਾਲਤ 'ਚ ਪਹੁੰਚਿਆ ਉਹ ਸਾਰਾ ਦਾ ਸਾਰਾ ਜਿਹੜਾ ਜ਼ਿੰਮੇਵਾਰ ਨੇ ਉਹ ਸਾਰੇ ਲੋਕ ਨੇ ਜਿਨ੍ਹਾਂ ਕੋਲ ਮੈਂ ਗਿਆ ਪਰ ਉਹਨਾਂ ਨੇ ਮੇਰੇ ਨਾਲ ਕੋਈ ਵੀ ਸਾਥ ਨਹੀਂ ਦਿੱਤਾ। ਇਹ ਜਿਹੜੀ ਗੱਲ ਤੁਸੀਂ ਦਰਵਾਜ਼ੇ ਖੜਕਾਉਣ ਦੀ ਕੀਤੀ ਹੈ ਇਹ ਤੁਹਾਨੂੰ ਯਾਦ ਹੋਊਗਾ ਕਿ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਪ੍ਰੈਸ ਕਾਨਫਰੰਸ ਸੀ ਪਟਿਆਲਾ ਦੇ ਵਿੱਚ, ਉਹਦੇ ਵਿੱਚ ਵੀ ਇੱਕ ਪੱਤਰਕਾਰ ਦੇ ਵੱਲੋਂ ਸਵਾਲ ਪੁੱਛਿਆ ਗਿਆ ਸੀ ਕਿ ਕਹਿੰਦੇ ਕੁੰਵਰ ਵਿਜੇ ਪ੍ਰਤਾਪ ਕਹਿ ਰਹੇ ਨੇ ਕਿ ਜਦੋਂ ਮੈਨੂੰ
ਜ਼ਰੂਰ ਤੁਸੀਂ ਨਵਜੋਤ ਸਿੰਘ ਸਿੱਧੂ ਕੋਲੇ ਜਾ ਕੇ ਮੈਂ ਮਦਦ ਮੰਗੀ ਸੀ ਕਿ ਇਸ ਤਰੀਕੇ ਦੇ ਨਾਲ ਮੈਨੂੰ ਦਬਾਇਆ ਜਾ ਰਿਹਾ, ਜਿਹੜੀ ਮੈਂ ਜਾਂਚ ਕਰ ਰਿਹਾ, ਤਾਂ ਤੁਸੀਂ ਮੇਰੀ ਮਦਦ ਕਰੋ। ਉਦੋਂ ਕਹਿੰਦੇ ਨਵਜੋਤ ਸਿੰਘ ਸਿੱਧੂ ਨੇ ਮੇਰੀ ਬਾਂਹ ਨਹੀਂ ਫੜੀ, ਤਾਂ ਨਵਜੋਤ ਸਿੰਘ ਸਿੱਧੂ ਨੇ ਕੋਈ ਤਸੱਲੀ ਬਖਸ਼ ਜਿਹੜਾ ਜਵਾਬ ਉਹਦਾ ਨਹੀਂ ਦਿੱਤਾ। ਤਾਂ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਨੇ ਕਿਹਾ ਕਿ ਮੈਂ ਇਹੋ ਜਿਹਾ ਕੋਈ ਦਰਵਾਜ਼ਾ ਨਹੀਂ ਛੱਡਿਆ ਜਿੱਥੇ ਮੈਂ ਨਹੀਂ ਗਿਆ। ਫੂਲਕੇ ਦੇ ਉੱਪਰ ਵੀ ਉਹਨਾਂ ਨੇ ਤਿੱਖੇ ਸ਼ਬਦੀ ਵਾਰ ਕੀਤੇ ਨੇ। ਕਿਵੇਂ ਦੇਖਦੇ ਹੋ? ਕਿ ਪਹਿਲਾਂ ਤਾਂ ਇਹ ਦੱਸ ਦਈਏ ਕਿ ਜਿਹੜੇ ਜਿਹੜੇ ਲੋਕਾਂ ਕੋਲੇ ਉਹਨਾਂ ਨੇ ਜਾ ਕੇ ਮਦਦ ਦੀ ਮੰਗ ਕੀਤੀ ਸੀ, ਉਹ ਲੋਕਾਂ ਨੇ ਉਹਨਾਂ ਨੂੰ ਕੀ ਜਵਾਬ ਦਿੱਤੇ, ਇਹ ਵੀ ਆਪਾਂ ਦੱਸੀਏ। ਕਿਉਂਕਿ ਇਹ ਲੀਡਰ ਜਿਹੜੇ ਆ, ਇਹ ਬੜਾ ਅੱਜ ਚੀਕ ਚੀਕ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਦੇਖਦਿਆਂ ਕਹਿ ਰਹੇ ਆ ਕਿ ਅਸੀਂ ਦੋਖੀਆਂ ਨੂੰ ਸਜ਼ਾ ਦਿਵਾਵਾਂਗੇ, ਅਸੀਂ ਵੀ ਏਦਾਂ ਟ੍ਰੀਟ ਕਰ ਰਹੇ, ਏਦਾਂ ਸ਼ੋਅ ਕਰ ਰਹੇ ਲੋਕਾਂ ਨੂੰ ਕਿ ਸਿਰਫ ਇਹੀ ਗੁਰੂ ਸਾਹਿਬ ਦੀ ਬੇਅਦਬੀ ਤੋਂ ਬਾਅਦ ਇਹਨਾਂ ਦੇ ਹਿਰਦੇ ਬਲੂੰਦਰੇ ਗਏ ਆ ਬਸ ਕੱਲਿਆਂ ਦੀ। ਪਰ ਜਦੋਂ ਉਹਨਾਂ ਦੀ ਲੋੜ ਸੀ ਇੱਕ ਇਮਾਨਦਾਰ ਅਫਸਰ ਨੂੰ, ਇੱਕ ਦਲੇਰ ਅਫਸਰ ਨੂੰ, ਉਦੋਂ ਇਹਨਾਂ ਨੇ ਮਦਦ ਨਹੀਂ ਕੀਤੀ। ਤੇ ਉਹ ਇਹਦੇ ਬਾਰੇ ਕੀ ਲਿਖਦੇ ਨੇ, ਕੀ ਕਹਿੰਦੇ ਨੇ ਕੁੰਵਰ ਵਿਜੇ ਪ੍ਰਤਾਪ ਇਹਨਾਂ ਲੀਡਰਾਂ ਬਾਰੇ, ਉਹ ਵੀ ਜਰਾ ਦੱਸੀ। ਬਿਲਕੁਲ, ਉਹਨਾਂ ਨੇ ਕਿਹਾ ਕਿ ਮੈਂ ਹਰ ਉਹ ਦਰਵਾਜ਼ਾ ਖੜਕਾਇਆ, ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਕਿ ਮੈਂ ਹਰ ਉਹ ਦਰਵਾਜ਼ਾ ਖੜਕਾਇਆ ਜਿੱਥੋਂ ਮੈਨੂੰ ਇਸ ਕੇਸ ਦੇ ਵਿੱਚ ਇਨਸਾਫ ਦੀ ਉਮੀਦ ਸੀਗੀ। ਤੇ ਮੈਨੂੰ ਕਿਸੇ ਨੇ ਕਹਿੰਦਾ ਕਿ ਇੱਕ ਦਿਨ ਕਿਸੇ ਨੇ ਮੈਨੂੰ ਇੱਕ ਅਖਬਾਰ ਦੀ ਕੋਈ ਕਟਿੰਗ ਦਿਖਾਈ, ਜਿਹਦੇ ਵਿੱਚ ਐਚ.ਐਸ. ਫੂਲਕਾ ਜਿਹੜੇ ਸੁਪਰੀਮ ਕੋਰਟ ਦੇ ਵਕੀਲ ਨੇ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਰਹਿ ਚੁੱਕੇ ਨੇ, ਮੈਨੂੰ ਉਹਨਾਂ ਨੇ ਉਹ ਕਟਿੰਗ ਦਿਖਾਈ ਕਿ ਉਹਨਾਂ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਮੈਂ ਕੋਟਕਪੂਰਾ ਬਾਈਬਲ ਕਲਾਂ ਜਿਹੜੀ ਗੋਲੀकांड ਤੇ ਬੇਦਬੀ ਕਾਂਡ ਦੇ ਮਾਮਲਿਆਂ ਦੀ ਜਿਹੜੀ ਪੈਰਵਾਈ ਆ ਉਹ ਮੁਫਤ ਚ ਕਰਨ ਨੂੰ ਤਿਆਰ ਹਾਂ। ਤੇ ਜਦੋਂ ਮੈਂ ਉਹ ਸੁਣਿਆ, ਪੜ੍ਹਿਆ ਉਹ, ਤੇ ਮੈਨੂੰ ਇੱਕ ਆਸ ਜਾਗੀ ਕਿ ਸੁਪਰੀਮ ਕੋਰਟ ਦੇ ਵਕੀਲ ਨੇ ਫੂਲਕਾ ਸਾਹਿਬ ਤੋਂ ਵਧੀਆ ਜਿਹੜਾ ਕੌਣ ਹੋ ਸਕਦਾ ਇਹਨਾਂ ਮਾਮਲਿਆਂ ਦੀ ਪੈਰਵਾਈ ਕਰਨ ਲਈ। ਤਾਂ ਮੈਂ ਫਿਰ ਉਹਨਾਂ ਨਾਲ ਕਹਿੰਦਾ ਉਹ ਗੱਲਬਾਤ ਕੀਤੀ। ਤੇ ਜਦੋਂ ਮੈਂ ਗੱਲਬਾਤ ਕੀਤੀ ਤਾਂ ਕਹਿੰਦੇ ਮੈਂ ਉਹਨਾਂ ਨੂੰ ਚਲਾਨ ਦੀ ਕਾਪੀ ਵੀ ਦਿੱਤੀ ਤੇ ਕਾਗਜ਼ ਵੀ ਦਿੱਤੇ ਜਿਹੜੇ ਸਾਰੇ ਸੀਗੇ। ਤੇ ਫੂਲਕਾ ਸਾਹਿਬ ਕਹਿੰਦੇ ਉਹ ਪਹਿਲੇ ਵਿਅਕਤੀ ਸੀਗੇ ਜਿਨ੍ਹਾਂ ਨੂੰ ਮੈਂ ਸਾਰਾ ਰਿਕਾਰਡ ਮੁਹੱਈਆ ਕਰਾਇਆ ਸੀਗਾ, ਕਿਉਂਕਿ ਮੈਨੂੰ ਇਹ ਲੱਗਦਾ ਸੀਗਾ ਕਿ ਜਿਸ ਤਰ੍ਹਾਂ ਉਹਨਾਂ ਨੇ ਬਿਆਨ ਦਿੱਤਾ ਕਿ ਮੁਫਤ ਦੇ ਵਿੱਚ ਕੇਸ ਲੜਨਗੇ, ਤੇ ਮੈਨੂੰ ਆਸ ਸੀਗੀ ਕਿ ਹੁਣ ਇਸ ਕੇਸ ਦੇ ਵਿੱਚ ਕੁਛ ਨਾ ਕੁਛ ਬਣ ਸਕਦਾ ਹੈ। ਤੇ ਉਹ ਇਸ ਮਾਮਲੇ ਨੂੰ ਲੈ ਕੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਵੀ ਕਾਫੀ ਜਿਹੜਾ ਉਹ ਇਸ ਮਾਮਲੇ ਨੂੰ ਲੈ ਕੇ ਜਿਹੜਾ ਕਾਫੀ ਵੱਡੀ ਜਿਹੜੀ ਆ ਉਹ ਸਵਾਲ ਚੁੱਕੇ ਸੀ ਤੇ ਮੁੱਦਾ ਇਸ ਪ੍ਰਮੁੱਖਤਾ ਦੇ ਨਾਲ ਚੁੱਕਿਆ ਸੀਗਾ। ਤੇ ਮੈਨੂੰ ਲੱਗਦਾ ਸੀਗਾ ਕਿ ਇਸ ਕੇਸ ਦੇ ਵਿੱਚ ਜਿਹੜੀ ਆ ਉਹ ਕੁਛ ਨਾ ਕੁਛ ਹੁਣ ਜ਼ਰੂਰ ਬਣੇਗਾ। ਪਰ ਮੈਨੂੰ ਕਹਿੰਦੇ ਇਹ ਸੁਣ ਕੇ ਬੜੀ ਹੈਰਾਨੀ ਹੋਈ ਕਿ ਫੂਲਕਾ ਸਾਹਿਬ ਨੇ ਕਿਹਾ ਕਿ ਮੈਂ ਸੁਪਰੀਮ ਕੋਰਟ ਤੋਂ ਘੱਟ ਜਿਹੜਾ ਉਹ ਕੇਸ ਨਹੀਂ ਲੜਦਾ। ਤੇ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਇਹ ਕੇਸ ਜਿਹੜਾ ਆਮ ਕੇਸ ਨਹੀਂ ਹੈਗਾ, ਇਹ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਤੇ ਉਸ ਤੋਂ ਬਾਅਦ ਘਟੀਆਂ ਜਿਹੜੀਆਂ ਘਟਨਾਵਾਂ ਨੇ, ਗੋਲੀकांड ਜਿਹੜਾ ਹੋਇਆ ਦੇਖ ਲਓ ਕਿਸ ਤਰੀਕੇ ਨਾਲ ਰੌਲਾ ਪਾ ਰਹੇ ਨੇ। ਬਿਲਕੁਲ, ਤੇ ਉਸ ਤੋਂ ਬਾਅਦ ਜਿਹੜੀਆਂ ਘਟਨਾਵਾਂ ਹੋਈਆਂ ਨੇ, ਨਿਹੱਥੇ ਸਿੰਘਾਂ ਦੇ ਉੱਤੇ ਗੋਲੀ ਚੱਲੀ, ਤਸ਼ੱਦਦ ਹੋਇਆ, ਕਿ ਉਹ ਕੇਸ ਹੈਗਾ ਵੀ ਉਹ ਕੇਸ ਨਹੀਂ ਹੈਗਾ ਜਿਹੜਾ ਕਿ ਆਮ ਕੇਸ ਹੋਵੇਗਾ। ਤੇ ਪਰ ਕਹਿੰਦੇ ਉਹਨਾਂ ਨੇ ਜਿਹੜੀ ਆ ਉਹ ਇੱਕੋ ਗੱਲ ਕਹਿਤੀ ਕਿ ਮੈਂ ਤਾਂ ਸੁਪਰੀਮ ਕੋਰਟ ਤੋਂ ਘੱਟ ਜਿਹੜਾ ਉਹ ਕੇਸ ਨਹੀਂ ਲੜਦਾ। ਤੇ ਪਰ ਇਹਦੇ ਬਾਵਜੂਦ ਵੀ ਕਹਿੰਦੇ ਮੈਂ ਉਹਨਾਂ ਨੂੰ ਇੱਥੋਂ ਤੱਕ ਕਹਿਤਾ ਸੀ ਵੀ ਦਿੱਲੀ ਰਹਿ ਕੇ ਕੀ ਕਰੋਗੇ, ਵੀ ਤੁਸੀਂ ਇੱਥੇ ਆਓ, ਇੱਥੇ ਆ ਕੇ ਫਰੀਦਕੋਟ ਦੀ ਅਦਾਲਤ ਦੇ ਵਿੱਚ ਜੇ ਤੁਸੀਂ ਕਾਰਵਾਈ ਕਰੋਗੇ ਤੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਦੋਖੀ ਨੇ ਉਹਨਾਂ ਨੂੰ ਜਿਹੜੀਆਂ ਸਜ਼ਾਵਾਂ ਦਵਾ ਸਕਾਂਗੇ। ਉਹ ਕਹਿੰਦੇ ਪਹਿਲਾਂ ਇੱਕ ਦਿਨ ਲਈ ਪੇਸ਼ ਹੋ ਜਾਂਦੇ ਫੂਲਕਾ ਸਾਹਿਬ, ਤਾਂ ਉਹ ਕਹਿੰਦੇ ਸਾਰੀਆਂ ਪਟੀਸ਼ਨਾਂ ਉਸੇ ਦਿਨ ਹੀ ਟੁੱਟ ਜਾਣੀਆਂ ਸੀ। ਕਿਉਂਕਿ ਫੂਲਕਾ ਸਾਹਿਬ ਦਾ ਇੱਕ ਨਾਮ ਹੈ, ਫੂਲਕਾ ਸਾਹਿਬ ਦੇ ਕੋਲ ਇੱਕ ਸਮਝ ਹੈ ਕਾਨੂੰਨ ਦੀ ਬਹੁਤ ਵੱਡੀ, ਤੇ ਉਹਨਾਂ ਨੂੰ ਪੂਰਾ ਯਕੀਨ ਸੀਗਾ ਕਿ ਜਿਹੜੀਆਂ ਰਿਟ ਪਟੀਸ਼ਨਾਂ ਜਿਹੜੀਆਂ ਉਹਨਾਂ ਦੇ ਖਿਲਾਫ ਪਾਈਆਂ ਗਈਆਂ ਸੀਗੀਆਂ ਉਹ ਸਾਰੀਆਂ ਜਿਹੜੀਆਂ ਇੱਕ ਦਿਨ ਦੇ ਵਿੱਚ ਹੀ ਟੁੱਟ ਜਾਣੀਆਂ ਸੀਗੀਆਂ। ਪਰ ਕਹਿੰਦੇ ਉਹਨਾਂ ਨੇ ਨਾ ਤਾਂ ਉਹ ਆਪ ਤਾਂ ਪੇਸ਼ ਕੀ ਹੋਣਾ ਸੀ ਕਿ ਇੱਕ ਅਜਿਹਾ ਵਕੀਲ ਮੈਨੂੰ ਉਹਨਾਂ ਨੇ ਦੇਤਾ ਜਿਨ੍ਹਾਂ ਨੇ ਮੁਲਜ਼ਮਾਂ ਦਾ ਹੀ ਪੱਖ ਪੂਰ ਦਿੱਤਾ ਅੱਗੋਂ। ਇਹ ਬੜਾ ਵੱਡਾ ਇਲਜ਼ਾਮ ਹੈਗਾ। ਇਹਦੇ ਬਾਰੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਿਹੜਾ ਉਹ ਅੱਗੇ ਚੱਲ ਕੇ ਬੜਾ ਹੋਰ ਫੂਲਕਾ ਸਾਹਿਬ ਦੇ ਖਿਲਾਫ ਤਾਂ ਉਹਨਾਂ ਨੇ ਕਾਫੀ ਕੁਝ ਹੋਰ ਵੀ ਬੋਲ ਦਿੱਤਾ ਹੈਗਾ ਕਿ ਉਲਟਾ ਜਿਹੜਾ ਮੁਲਜ਼ਮਾਂ ਦਾ ਹੀ ਉਹਨਾਂ ਨੇ ਕਹਿੰਦੇ ਪੱਖ ਪੂਰ ਦਿੱਤਾ ਹੈਗਾ। ਤੇ ਉਹਨਾਂ ਨੇ ਕਿਹਾ ਮੈਂ ਜਦੋਂ ਇਹ ਹੁਕਮ ਹੋਇਆ, ਹਾਈ ਕੋਰਟ ਦਾ ਹੁਕਮ ਆਇਆ, ਜਿਹੜੀ ਜਾਂਚ ਰਿਪੋਰਟ ਰੱਦ ਹੋਈ, ਤਾਂ ਕਹਿੰਦੇ ਮੈਂ ਫੂਲਕਾ ਸਾਹਿਬ ਨੂੰ ਜਿਹੜਾ ਉਹ ਜਦੋਂ ਹੁਣ ਫੂਲਕਾ ਸਾਹਿਬ ਦੇ ਬਿਆਨ ਆਉਣ ਲੱਗੇ ਨੇ ਕਿ ਇਹਨਾਂ ਕੇਸਾਂ ਦੇ ਵਿੱਚ ਜਿਹੜਾ ਕਿ ਸਰਕਾਰ ਨੇ ਸਹੀ ਤੱਥ ਨਹੀਂ ਪੇਸ਼ ਕੀਤੇ, ਇਹ ਨਹੀਂ ਹੋਊਗਾ, ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਹੁਣ ਤੁਸੀਂ ਨਾ ਬੋਲੋ, ਹੁਣ ਤੁਸੀਂ ਚੁੱਪ ਰਹੋ, ਕਿਉਂਕਿ ਜੋ ਕੁਝ ਵੀ ਹੋਇਆ, ਜੇ ਮੈਂ ਅੱਜ ਅਸਤੀਫਾ ਦੇ ਰਿਹਾ ਤਾਂ ਉਹਦੇ ਲਈ ਸਭ ਤੋਂ ਵੱਡਾ ਇੱਕ ਕਾਰਨ ਤੁਸੀਂ ਵੀ ਹੋ। ਆਪਣੇ ਅਸਤੀਫੇ ਲਈ ਵੀ ਉਹਨਾਂ ਨੇ ਐਚ.ਐਸ. ਫੂਲਕਾ ਨੂੰ ਜ਼ਿੰਮੇਵਾਰ ਠਹਿਰਾਇਆ ਕਿ ਜੇਕਰ ਤੁਸੀਂ ਉਹਨਾਂ ਕੇਸਾਂ ਦੀ ਪੈਰਵਾਈ ਕੀਤੀ ਹੁੰਦੀ ਤਾਂ ਅੱਜ ਜਿਹੜੇ ਹਾਲਾਤ ਜਿਹੜੇ ਇਹ ਨਾ ਹੁੰਦੇ। ਕਿਉਂਕਿ ਕਹਿੰਦੇ ਮੈਂ ਫੂਲਕਾ ਸਾਹਿਬ ਨੇ ਕਹਿਤਾ ਸੀ ਕਿ ਜਾਂ ਤਾਂ ਤੁਸੀਂ ਲੜੋ ਇਹਦਾ ਕੇਸ ਨੂੰ, ਤੇ ਜੇ ਤੁਸੀਂ ਨਹੀਂ ਲੜਦੇ ਤਾਂ ਮੈਨੂੰ ਆਪਣੀ ਆਈਪੀਐਸ ਦੀ ਨੌਕਰੀ ਤੋਂ ਅਸਤੀਫਾ ਦੇ ਕੇ ਮੈਨੂੰ ਇਹਨਾਂ ਕੇਸਾਂ ਦੀ ਜਿਹੜੀ ਆ ਉਹ ਸੁਣਵਾਈ, ਜਿਹੜੀ ਉਹਨਾਂ ਦੀ ਪੈਰਵਾਈ ਕਰਨ ਦੀ, ਇਹਦੇ ਬਾਰੇ ਫੂਲਕਾ ਨੂੰ ਪਹਿਲਾਂ ਦੱਸ ਚੁੱਕੇ ਸੀ। ਬਿਲਕੁਲ, ਵੀ ਮੈਨੂੰ ਅਸਤੀਫਾ ਦੇ ਕੇ ਜਿਹੜਾ ਉਹ ਆਈਪੀਐਸ ਦੀ ਨੌਕਰੀ ਤੋਂ ਤੇ ਮੈਨੂੰ ਇਹਨਾਂ ਕੇਸਾਂ ਦੀ ਪੈਰਵਾਈ ਕਰਨੀ ਪਏਗੀ। ਤੇ ਨਾਲ ਮੈਂ ਇਹ ਕਹਤਾ ਵੀ ਕਿ ਜਿਹੜਾ ਐਮਐਲਏ ਐਮਪੀ ਤੇ ਜਿਹੜੇ ਇਹ ਦੁਬਾਰਾ ਮੰਤਰੀ ਇਹ ਦੁਬਾਰਾ ਬਣ ਸਕਦੇ ਨੇ, ਪਰ ਆਈਪੀਐਸ ਦੀ ਨੌਕਰੀ ਇੱਕ ਵਾਰੀ ਛੱਡਣ ਤੋਂ ਬਾਅਦ ਮੈਂ ਆਈਪੀਐਸ ਦੁਬਾਰਾ ਨਹੀਂ ਬਣ ਸਕਦਾ। ਪਰ ਇਹਦੇ ਬਾਵਜੂਦ ਵੀ ਕਹਿੰਦੇ ਜਿਹੜੇ ਉਹ ਕੋਈ ਮੈਨੂੰ ਉਹਨਾਂ ਨੇ ਸਿਰਫ ਇਹ ਕਹਿਤਾ ਕਿ ਮੈਂ ਇੱਕ ਸੀਨੀਅਰ ਵਕੀਲ ਦੇ ਦੇਣਾ
ਤੇ ਮੈਨੂੰ ਕਹਿੰਦਾ ਚਲੋ ਬਾਅਦ ਵਿੱਚ ਮੈਨੂੰ ਇਹ ਯਕੀਨ ਹੋਇਆ ਵੀ ਫੂਲਕਾ ਸਾਹਿਬ ਇੱਕ ਬੜੇ ਸਮਝ ਵਾਲੇ ਵਿਅਕਤੀ ਨੇ, ਸੀਨੀਅਰ ਐਡਵੋਕੇਟ ਨੇ, ਤੇ ਉਹ ਜੋ ਦੇਣਗੇ ਬੰਦਾ ਉਹ ਮੈਨੂੰ ਸਹੀ ਦੇਣਗੇ। ਪਰ ਬਾਅਦ ਵਿੱਚ ਜਦੋਂ ਕਹਿੰਦੇ ਮੈਂ ਉਸ ਵਕੀਲ ਦਾ ਵੀ ਮੀਡੀਆ ਦੇ ਵਿੱਚ ਬਿਆਨ ਸੁਣਿਆ ਤਾਂ ਉਹ ਮੁਲਜ਼ਮਾਂ ਦੇ ਜਿਹੜੇ ਆ ਪੱਖ ਪੂਰਦਾ ਨਜ਼ਰ ਆਇਆ। ਸੋ ਆਪਣੇ ਆਪ ਦੇ ਵਿੱਚ ਜਿਹੜੇ ਆ ਉਹ ਬੜੇ ਗੰਭੀਰ ਇਲਜ਼ਾਮ ਨੇ ਕਿ ਸੁਪਰੀਮ ਕੋਰਟ ਦੇ ਵਿੱਚ ਮੈਂ ਕੇਸ ਲੜਦਾ, ਮੈਂ ਹੇਠਾਂ ਕੇਸ ਲੜਦਾ ਨਹੀਂ। ਅੱਜ ਤੁਸੀਂ ਦੇਖੋਗੇ ਕਿ ਫੂਲਕਾ ਸਾਹਿਬ ਦਾ ਬਿਆਨ ਆ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਖੁੱਲੀ ਚਿੱਠੀ ਲਿਖ ਰਹੇ ਨੇ, ਸਰਕਾਰ ਨੂੰ ਜਿਹੜਾ ਉਹ ਇਹਦੇ ਵਿੱਚ ਘੇਰ ਰਹੇ ਨੇ। ਪਰ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਕਹਿੰਦੇ ਨੇ ਕਿ ਮੈਂ ਉਹਨਾਂ ਨੂੰ ਬਾਰ-ਬਾਰ ਇਹ ਕਹਿ ਰਿਹਾ ਕਿ ਤੁਸੀਂ ਹੁਣ ਚੁੱਪ ਹੋ ਜਾਓ, ਤੁਸੀਂ ਹੁਣ ਬਿਲਕੁਲ ਨਹੀਂ ਬੋਲਣਾ, ਕਿਉਂਕਿ ਜੇ ਹੁਣ ਮੈਂ ਬੋਲਣਾ ਸ਼ੁਰੂ ਹੋਇਆ ਤਾਂ ਫਿਰ ਕਾਫੀ ਕੰਮ ਖਰਾਬ ਹੋ ਜਾਣਾ ਕਿਉਂਕਿ ਮੇਰੇ ਕੋਲੇ ਹਾਲੇ ਉਹਨਾਂ ਹੋਰ ਨੇ ਇਹ ਵੀ ਗੱਲ ਕਹੀ ਹੈ ਕਿ ਜੇ ਫੂਲਕਾ ਸਾਹਿਬ ਚੁੱਪ ਨਾ ਕੀਤੇ ਤਾਂ ਮੈਂ ਉਹਨਾਂ ਬਾਰੇ ਹੋਰ ਖੁਲਾਸੇ ਕਰੂੰਗਾ। ਬਿਲਕੁਲ ਕਹਿੰਦਾ ਮੈਂ ਹੋਰ ਵੀ ਬੜਾ ਕੁਝ ਹੈਗਾ ਫੂਲਕਾ ਸਾਹਿਬ ਦੇ ਬਾਰੇ ਕਹਿਣ ਨੂੰ ਮੇਰੇ ਕੋਲੇ, ਤੇ ਮੈਂ ਹੁਣ ਉਹਨਾਂ ਨੂੰ ਵੀ ਹੁਣ ਵੀ ਫੋਨ ਕਰਕੇ ਕਹੂੰਗਾ ਕਿ ਚੁੱਪ ਹੋ ਜਾਓ, ਨਹੀਂ ਤਾਂ ਫਿਰ ਮੈਂ ਹੋਰ ਵੀ ਬੜਾ ਕੁਝ ਬੋਲੂੰਗਾ। ਤੇ ਇਹ ਆਪਣੇ ਆਪ ਦੇ ਵਿੱਚ ਜਿਹੜਾ ਉਹ ਇੱਕੋ ਵਾਰ ਦੇ ਵਿੱਚ ਜਿਹੜੇ ਉਹ ਕਈ ਖੁਲਾਸੇ ਹੋਏ ਨੇ, ਜਿਹਦੇ ਵਿੱਚ ਜਿਹੜੇ ਉਹ ਕਈ ਧਿਰਾਂ ਜਿਹੜੀਆਂ ਨੇ ਉਹਦੇ ਵਿੱਚ ਨਿਕਲ ਕੇ ਸਾਹਮਣੇ ਆਈਆਂ ਨੇ। ਅਤੁਲ ਨੰਦਾ ਦੇ ਬਾਰੇ ਜਿਹੜੇ ਖੁਲਾਸੇ ਹੋ ਗਏ, ਵਕੀਲਾਂ ਬਾਰੇ ਖੁਲਾਸੇ ਹੋ ਗਏ, ਕਿਸ ਤਰ੍ਹਾਂ ਜਿਹੜੀਆਂ ਸਰਕਾਰ ਦਾ ਪੈਸਾ ਜਿਹੜਾ ਉਹ ਬਰਬਾਦ ਹੋਇਆ ਉਹਦੇ ਬਾਰੇ ਖੁਲਾਸੇ ਹੋ ਗਏ, ਵਿਰੋਧੀ ਧਿਰਾਂ ਜਿਹੜੀਆਂ ਰੌਲਾ ਪਾ ਰਹੀਆਂ ਨੇ ਉਹਨਾਂ ਬਾਰੇ ਖੁਲਾਸੇ ਹੋ ਗਏ, ਜਿਹੜੇ ਵਕੀਲ ਜਿਹੜੇ ਨੇ ਉਹ ਸਿੱਖ ਹਿਤੈਸ਼ੀ ਮੰਨੇ ਜਾਂਦੇ ਸੀ ਉਹਨਾਂ ਬਾਰੇ ਜਿਹੜੇ ਆ ਇੱਕ ਵੱਡੇ ਇਲਜ਼ਾਮ ਲੱਗ ਕੇ ਸਾਹਮਣੇ ਆਏ ਨੇ ਕਿ ਉਹਨਾਂ ਨੇ ਵੀ ਜਿਹੜੀ ਪੈਰਵਾਈਆਂ ਨਹੀਂ ਕੀਤੀਆਂ। ਉਹ ਕਹਿੰਦੇ ਮੈਂ ਮੁੱਖ ਮੰਤਰੀ ਨੂੰ ਵੀ ਦੱਸਿਆ ਸੀ ਇਹ ਸਾਰੀਆਂ ਚੀਜ਼ਾਂ। ਜਦੋਂ ਮੈਂ ਗਿਆ ਸੀ ਕਹਿੰਦੇ ਮੁੱਖ ਮੰਤਰੀ ਨੂੰ ਮਿਲਣ, ਤਾਂ ਮੈਂ ਹਰ ਵਾਰ ਉਹਨਾਂ ਨੂੰ ਦੱਸਦਾ ਰਿਹਾ ਕਿ ਸਾਡੇ ਸਰਕਾਰੀ ਵਕੀਲ ਜਿਹੜੇ ਨੇ ਉਹ ਸਹੀ ਤਰ੍ਹਾਂ ਪੈਰਵਾਈ ਨਹੀਂ ਕਰ ਰਹੇ। ਪਰ ਉਹਨਾਂ ਨੇ ਕਹਿੰਦੇ ਮੁੱਖ ਮੰਤਰੀ ਨੇ ਅਤੁਲ ਨੰਦਾ ਨੂੰ ਕਿਹਾ ਵੀ ਤੁਸੀਂ ਇਹਦੀ ਪੈਰਵਾਈ ਜਿਹੜੀ ਹੈ ਸਹੀ ਢੰਗ ਨਾਲ ਕਰੋ। ਪਰ ਅੱਜ ਹਾਲਾਤ ਇਹ ਨੇ ਕਿ ਅਤੁਲ ਨੰਦਾ ਜਦੋਂ ਪੇਸ਼ੀ ਹੁੰਦੀ ਆਈ ਜਿਹੜੀ ਇਸ ਕੇਸ ਦੀ, ਤਾਂ ਉਹ ਛੁੱਟੀ ਲੈ ਕੇ ਚਲੇ ਗਏ। ਕਹਿੰਦੇ ਉਹ ਜਾਂਚ ਕੀਤੀ ਜਾਵੇ ਕਿ ਪਿਛਲੇ 4 ਸਾਲਾਂ ਦੇ ਦੌਰਾਨ ਉਹ ਕਿੰਨੀ ਵਾਰ ਜਿਹੜੇ ਮੈਡੀਕਲ ਲੀਵ ਲੈ ਕੇ ਗਏ ਨੇ। ਇਹ ਛੁੱਟੀ ਲੈ ਕੇ ਚਲੇ ਗਏ। ਸਮਝ ਨਹੀਂ ਆ ਰਹੀ ਕਹਿੰਦੇ ਇਹ ਕੀ ਹੋਇਆ, ਕੀ ਨਹੀਂ ਹੋਇਆ। ਜਿਹੜੇ ਵਕੀਲ ਪੇਸ਼ ਹੋਏ ਉਹ ਜਿਹੜੇ ਉਹਨਾਂ ਨੇ ਸਹੀ ਪੈਰਵਾਈ ਨਹੀਂ ਕੀਤੀ। ਜਦੋਂ 2 ਹੇਠਲੀਆਂ ਅਦਾਲਤਾਂ ਇਹ ਮੰਨ ਚੁੱਕੀਆਂ ਨੇ ਕਿ ਇਸ ਕੇਸ ਦੇ ਵਿੱਚ 2 ਇੱਕ ਤੋਂ ਵੱਧ ਬੰਦੇ ਦੇ ਅਧਿਕਾਰੀ ਦੇ ਹਸਤਾਖਰ ਦੀ ਲੋੜ ਨਹੀਂ ਹੈ। ਇੱਕੋ ਹੀ ਅਧਿਕਾਰੀ ਇਸ ਕੇਸ ਚਲਾਣ ਦੇ ਵਿੱਚ ਹਸਤਾਖਰ ਕਰਨ ਲਈ ਯੋਗ ਹੈ। ਪਰ ਇਹਦੇ ਬਾਵਜੂਦ ਵੀ ਜਦੋਂ ਹਾਈ ਕੋਰਟ ਦੇ ਵਿੱਚ ਜਾਂਦਾ ਤਾਂ ਉਸ ਮੁੱਦੇ ਨੂੰ ਜਿਹੜਾ ਸਹੀ ਢੰਗ ਦੇ ਨਾਲ ਪੈਰਵਾਈ ਨਹੀਂ ਕੀਤੀ ਜਾਂਦੀ, ਤਾਂ ਉਹ ਕੇਸ ਉਸ ਮਾਮਲੇ ਦੇ ਵਿੱਚ ਰਿਟ ਪਟੀਸ਼ਨ ਅਸੀਂ ਹਾਰ ਜਾਂਦੇ ਹਾਂ ਉਸ ਮਾਮਲੇ ਦੇ ਵਿੱਚ। ਤਾਂ ਇਹ ਆਪਣੇ ਆਪ ਦੇ ਵਿੱਚ ਸਵਾਲ ਖੜਾ ਕਰਦਾ ਕਿ ਕੀ ਪੰਜਾਬ ਸਰਕਾਰ ਇਹਨਾਂ ਮੁੱਦਿਆਂ ਨੂੰ ਹੱਲ ਕਰਵਾਉਣ ਦੇ ਲਈ ਗੰਭੀਰ ਵੀ ਹੈ ਜਾਂ ਨਹੀਂ। ਤੇ ਜਿਹੜੇ ਇਲਜ਼ਾਮ ਜਿਹੜੇ ਨੇ ਵੱਡੇ-ਵੱਡੇ ਨਿਕਲ ਕੇ ਸਾਹਮਣੇ ਆ ਰਹੇ ਨੇ, ਜਿਹੜੇ ਸਟੇਜਾਂ ਦੇ ਉੱਤੇ ਜਿਹੜੀਆਂ ਵੱਡੀਆਂ-ਵੱਡੀਆਂ ਬੜਕਾਂ ਮਾਰ ਰਹੇ ਨੇ, ਨਵਜੋਤ ਸਿੰਘ ਸਿੱਧੂ ਉਹਨਾਂ ਦੀ ਵੀ ਤੁਸੀਂ ਗੱਲ ਕੀਤੀ ਹੈ ਕਿ ਨਵਜੋਤ ਸਿੰਘ ਸਿੱਧੂ ਹੁਣੀ ਵੀ ਜਿਹੜੇ ਇਸ ਮਾਮਲੇ ਨੂੰ ਲੈ ਕੇ ਬੜੀ ਗੰਭੀਰਤਾ ਵਿਖਾ ਰਹੇ ਸੀ ਤੇ ਹਨ। ਪਰ ਉਹਨਾਂ ਦੇ ਉੱਤੇ ਵੀ ਜਿਹੜਾ ਜੇਕਰ ਅਸਿੱਧੇ ਢੰਗ ਦੇ ਨਾਲ ਗੱਲ ਕੀਤੀ ਜਾਵੇ ਤਾਂ ਉਹ ਕਹਿ ਰਹੇ ਨੇ ਕਿ ਮੈਂ ਹਰ ਉਹ ਦਰਵਾਜ਼ਾ ਖੜਕਾਇਆ। ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਕਿਹਾ ਜਾ ਸਕਦਾ ਵੀ ਨਵਜੋਤ ਸਿੰਘ ਸਿੱਧੂ ਉਹਨਾਂ ਕੋਲ ਵੀ ਉਹ ਗਏ ਹੋ ਸਕਦੇ ਨੇ। ਪਰ ਹਾਲੇ ਤੱਕ ਸਾਫ਼ ਨਹੀਂ ਹੋ ਪਾਇਆ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਕੋਲ ਉਹ ਗਏ ਸੀ ਕਿ ਨਹੀਂ ਗਏ ਸੀ। ਕੁੱਲ ਮਿਲਾ ਕੇ ਜਿਹੜਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬ ਦੀ ਰਾਜਨੀਤੀ ਨੂੰ ਇੱਕ ਐਸਾ ਭਾਂਬੜ ਬਾਲ ਗਿਆ ਕਿ ਇਹਦੇ ਵਿੱਚ ਹੁਣ ਵੇਖਣਾ ਹੋਵੇਗਾ ਕਿ ਇਸ ਬਲਦੇ ਹੋਏ ਭਾਂਬੜ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਬਿਆਨ, ਆਉਣ ਵਾਲਾ ਬਿਆਨ, ਉਹ ਇਹਦੇ ਵਿੱਚ ਤੇਲ ਪਾਏਗਾ ਜਾਂ ਇਹਦੇ ਤੇ ਪਾਣੀ ਪਾਏਗਾ। ਤਾਂ ਉਹਨਾਂ ਨੇ ਇਹ ਵੀ ਸਾਫ਼ ਵੀ ਕਰ ਦਿੱਤਾ ਹੈ ਕਿ ਹੁਣ ਮੈਂ ਆਈਪੀਐਸ ਕਰਨ ਤੋਂ ਬਾਅਦ ਬਹੁਤ ਸਾਰੇ ਲੋਕ ਸੋਚਦੇ ਸੀ ਕਿ ਕੀ ਕਰਨਗੇ, ਸਿਆਸਤ ਦੇ ਵਿੱਚ ਜਾਣਗੇ, ਕੀ ਕਰਨਗੇ। ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਕਿ ਹੁਣ ਮੈਂ ਵਕੀਲ ਦੇ ਪ੍ਰੋਫੈਸ਼ਨ ਚਾਹਾਂਗਾ, ਇਸ ਕੇਸ ਨੂੰ ਮੈਂ ਆਪ ਲੜਾਂਗਾ, ਦੱਬੇ ਕੁਚਲੇ ਲੋਕਾਂ ਦੇ ਜਿਹੜੇ ਕੇਸ ਨੇ ਉਹ ਵੀ ਮੈਂ ਆਪ ਲੜਾਂਗਾ, ਲੋਕਾਂ ਦੀ ਆਵਾਜ਼ ਜਿਹੜੀ ਅਦਾਲਤਾਂ ਤੱਕ ਪਹੁੰਚਾਊਂਗਾ, ਜਿਹੜੇ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ। ਕਹਿੰਦੇ ਮੈਂ ਵਕੀਲ ਦੇ ਪ੍ਰੋਫੈਸ਼ਨ ਦੇ ਵਿੱਚ ਆ ਕੇ ਇਸ ਕੇਸ ਨੂੰ ਅੱਗੇ ਲੜਾਂਗਾ। ਬਿਲਕੁਲ, ਤੁਸੀਂ ਦਰਸ਼ਕਾਂ ਦੀ ਜਾਣਕਾਰੀ ਤੇ ਆਪਾਂ ਦੱਸ ਦਈਏ ਕਿ ਉਹ ਇੱਕ ਬਹੁਤ ਕਾਬਲ ਵਕੀਲ ਨੇ। ਉਹਨਾਂ ਟੌਪਰ ਰਹੇ ਨੇ ਉਹ ਆਪਣੇ ਜਦੋਂ ਲਾਅ ਕਰ ਰਹੇ ਸੀ, ਗੋਲਡ ਮੈਡਲਿਸਟ ਨੇ ਉਹ। ਤੇ ਸੰਵਿਧਾਨ ਦੀ ਜਿਸ ਤਰੀਕੇ ਨਾਲ ਉਹਨਾਂ ਨੇ ਇੰਟਰਵਿਊ ਦੇ ਵਿੱਚ ਵੀ ਕਿਹਾ, ਸੰਵਿਧਾਨ ਨੂੰ ਸਾਹਮਣੇ ਰੱਖ ਕੇ, ਸੀਆਰਪੀਸੀ ਨੂੰ ਸਾਹਮਣੇ ਰੱਖ ਕੇ ਤੇ ਪੁਲਿਸ ਰੂਲ ਨੂੰ ਸਾਹਮਣੇ ਰੱਖ ਕੇ ਕਿ ਇਹਨਾਂ ਦੇ ਵਿੱਚੋਂ ਮੈਨੂੰ ਕੋਈ ਵੀ ਬੰਦਾ ਕੋਈ ਵੀ ਸਵਾਲ ਪੁੱਛ ਸਕਦਾ, ਕਿਤਾਬ ਮੇਰੇ ਕੋਲੇ ਬੰਦ ਹੋਏਗੀ, ਮੈਂ ਜਵਾਨੀ ਤੁਹਾਨੂੰ ਇਹਦਾ ਜਿਹੜਾ ਉੱਤਰ ਦੇ ਸਕਦਾ। ਸੰਵਿਧਾਨ, ਸੀਆਰਪੀਸੀ ਤੇ ਪੁਲਿਸ ਰੂਲ ਕਹਿੰਦੇ ਮੈਨੂੰ ਜਵਾਨੀ ਰਟੇ ਹੋਏ ਨੇ। ਸੋ ਤੁਸੀਂ ਇਹ ਸੋਚ ਸਕਦੇ ਹੋ ਕਿ ਜਦੋਂ ਇੰਨਾ ਕਾਬਲ ਵਕੀਲ ਹੋਵੇ, ਇੰਨਾ ਕਾਬਲ ਅਫਸਰ ਹੋਵੇ, ਤੇ ਉਹ ਸਿਰਫ ਇਸ ਕਰਕੇ ਜਿਹੜਾ ਉਹ ਆਪਣਾ ਛੱਡ ਦੇਵੇ, ਆਪਣੀ ਨੌਕਰੀ ਨੂੰ ਛੱਡ ਦੇਵੇ ਕਿ ਉਹਨਾਂ ਨੇ ਜਨਤਾ ਵਾਸਤੇ ਆਵਾਜ਼ ਚੁੱਕੀ ਸੀ ਤੇ ਜਨਤਾ ਨੂੰ ਇਨਸਾਫ ਨਹੀਂ ਮਿਲਿਆ। ਤਾਂ ਤੁਸੀਂ ਇਹ ਆਪਣੇ ਸੂਬੇ ਦੀ, ਆਪਣੇ ਦੇਸ਼ ਦੀ ਇੱਕ ਵੱਡੀ ਤਰਾਸਦੀ ਹੋਏਗੀ ਕਿ ਜੇਕਰ ਅਜਿਹੇ ਅਧਿਕਾਰੀ ਜਿਹੜੇ ਨੇ ਉਹ ਆਪਣੇ ਸੇਵਾਵਾਂ ਦੇ ਵਿੱਚੋਂ ਜਿਹੜੀਆਂ ਆਪਣਾ ਅਸਤੀਫਾ ਦੇ ਕੇ ਜਿਹੜੇ ਉਹ ਨਿਕਲ ਜਾਂਦੇ ਨੇ। ਉਹਨਾਂ ਨੇ ਕਿਹਾ ਕਿ ਮੈਂ ਇਸ ਕੇਸ ਦੀ ਪੈਰਵਾਈ ਕਰਾਂਗਾ, ਐਜ਼ ਏ ਵਕੀਲ ਕਰਾਂਗਾ, ਇਸੇ ਕਰਕੇ ਮੈਂ ਅਸਤੀਫਾ ਦਿੱਤਾ ਹੈ। ਤੇ ਮੈਂ ਫੂਲਕਾ ਸਾਹਿਬ ਨੂੰ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਮੈਂ ਅਸਤੀਫਾ ਦੇ ਕੇ ਜਿਹੜਾ ਇਹ ਕੇਸ ਦੀ ਪੈਰਵਾਈ ਮੈਨੂੰ ਕਰਨੀ ਪੈਣੀ ਹੈ ਜੇ ਤੁਸੀਂ ਨਹੀਂ ਕੀਤੀ। ਤੇ ਹੁਣ ਮੈਂ ਨਾ ਤਾਂ ਕੋਈ 27 ਲੱਖ ਰੁਪਇਆ ਲਵਾਂਗਾ ਲੋਕਾਂ ਕੋਲੇ, ਮੈਂ ਸਿਰਫ
ਜਿਹੜੇ ਲੋਕ ਪੀੜਿਤ ਹੋਣਗੇ ਮੈਂ ਉਹਨਾਂ ਦੀ ਆਵਾਜ਼ ਅਦਾਲਤ ਤੱਕ ਪਹੁੰਚਾਵਾਂਗਾ, ਜਿਹੜੇ ਗਰੀਬ ਹੋਣਗੇ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਹੋਏਗਾ ਮੈਂ ਉਹਨਾਂ ਦੀ ਆਵਾਜ਼ ਬਣਾਂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੋਈ ਇਹ ਨਹੀਂ ਕਹਿ ਸਕੇਗਾ ਕਿ ਮੈਂ ਜਿਹੜਾ ਉਹ ਸੁਪਰੀਮ ਕੋਰਟ ਦਾ ਹੀ ਵਕੀਲ ਹਾਂ, ਮੈਨੂੰ ਜਿੱਥੇ ਕੋਈ ਪੀੜਿਤ ਹੋਏਗਾ ਮੈਂ ਉਹਨਾਂ ਦਾ ਸਾਥ ਦਿਆਂਗਾ। ਕਿਵੇਂ ਦੇਖਦੇ ਹੋ ਕਿ ਜਿਸ ਤਰੀਕੇ ਦੇ ਨਾਲ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਇਹਨਾਂ ਦੇ ਵੱਲੋਂ ਖੁਲਾਸੇ ਕੀਤੇ ਗਏ ਨੇ, ਵਕੀਲਾਂ ਦੇ ਮਾਮਲੇ ਦੇ ਵਿੱਚ ਅਤੁਲ ਨੰਦਾ, ਫੂਲਕਾ, ਜੋ ਕੁਝ ਵੀ ਵੱਡੇ ਖੁਲਾਸੇ, ਜਿਸ ਤਰੀਕੇ ਦੇ ਨਾਲ 55 ਲੱਖ ਰੁਪਏ ਤਾਜ ਹੋਟਲ ਨੂੰ ਲੈ ਕੇ ਜੋ ਵੀ ਵੱਡੇ ਖੁਲਾਸੇ ਕੀਤੇ ਗਏ ਨੇ, ਮੈਡੀਕਲ ਲੀਵ ਤੇ ਚਲੇ ਗਏ, ਕੀ ਅਸਰ ਪਵੇਗਾ ਪੰਜਾਬ ਦੀ ਸਿਆਸਤ ਦੇ ਵਿੱਚ ਇਹਨਾਂ ਵੱਡੇ ਖੁਲਾਸਿਆਂ ਦਾ? ਦੇਖੋ ਇਸ ਤਰ੍ਹਾਂ ਹੈ ਕਿ ਇਹ ਉਹ ਖੁਲਾਸੇ ਨੇ ਜਿਹਨੇ ਦੇ ਨਾਲ ਜਿਹੜਾ ਵੀ ਇਹਨਾਂ ਖੁਲਾਸਿਆਂ ਨੂੰ ਸੁਣੇਗਾ ਉਹ ਇੱਕ ਵਾਰ ਤਾਂ ਉਹ ਸੰਨ ਰਹਿ ਜਾਏਗਾ, ਇੱਕ ਵਾਰ ਉਹ ਹੈਰਾਨ ਰਹਿ ਜਾਏਗਾ ਕਿ ਇਹ ਕੁਝ ਵੀ ਹੋਇਆ। ਜਿਹੜੇ ਲੋਕ ਇਹਨਾਂ ਮਾਮਲਿਆਂ ਲਈ ਵੋਟਾਂ ਬਟੋਰਦੇ ਰਹੇ, ਜਿਹੜੇ ਲੋਕ ਇਹਨਾਂ ਮਾਮਲਿਆਂ ਲਈ ਅੱਜ ਵੱਡੇ ਵੱਡੇ ਦਾਅਵੇ ਕਰ ਰਹੇ ਨੇ, ਉਹ ਲੋਕ ਜਿਹੜੇ ਨੇ ਉਹਨਾਂ ਦੇ ਪਿੱਛੇ ਦੀ ਸੱਚਾਈ ਇਹ ਹੈ ਕਿਉਂਕਿ ਇੱਕ IPS ਅਧਿਕਾਰੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਿਹਾ, ਮੁੱਖ ਮੰਤਰੀ ਉਹਨੂੰ ਅਹੁਦੇ ਤੋਂ ਅਸਤੀਫਾ ਦੇਣ ਲਈ ਮਨਾਉਂਦੇ ਰਹੇ। ਇਹ ਵੀ ਹੋ ਸਕਦਾ ਸੀਗਾ ਕਿ ਇਹ ਕਹਿ ਦਿੱਤਾ ਜਾਂਦਾ ਕਿ ਇਹ ਤਾਂ ਜੀ ਅਸਤੀਫਾ ਅਸੀਂ ਤਾਂ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਲੱਗੇ ਸੀਗੇ ਜੀ, ਇਹਨਾਂ ਨੇ ਤਾਂ ਏਦਾਂ ਕਰਤਾ, ਅਸਤੀਫਾ ਦੇਤਾ ਜਾਂ ਕੁਛ ਕਰਤਾ, ਪਰ ਹੁਣ ਇਹ ਚੀਜ਼ਾਂ ਨਹੀਂ ਕੀਤੀਆਂ ਜਾ ਸਕਦੀਆਂ। ਹੁਣ ਇਹ ਕਿਹਾ ਕਿਉਂਕਿ ਮੁੱਖ ਮੰਤਰੀ ਉਹਨਾਂ ਨੂੰ ਅਸਤੀਫਾ ਦੇਣ ਤੋਂ ਰੋਕਦੇ ਰਹੇ ਕਿ ਅਸਤੀਫਾ ਨਾ ਦਿਓ, ਉਹਨਾਂ ਨੇ ਉਹ ਇਹ ਸਪਸ਼ਟ ਹੁੰਦਾ ਕਿ ਉਹ ਜਨਤਾ ਦੇ ਲਈ ਜਨਤਾ ਦੇ ਵਿੱਚ ਜਾ ਕੇ ਖੜੇ ਹੋ ਰਹੇ ਨੇ ਤੇ ਹੁਣ ਜਿਸ ਤਰੀਕੇ ਨਾਲ ਜਨਤਾ ਲਈ ਜਨਤਾ ਦੇ ਵਿੱਚ ਜਾ ਕੇ ਖੜੇ ਹੋ ਰਹੇ ਨੇ ਤਾਂ ਉਹ ਸਾਰੀ ਦੀ ਸਾਰੀ ਜਿਹੜੀ ਸਪੋਰਟ ਹੈ, ਜਨਤਾ ਦੀ ਸਪੋਰਟ ਹੈ, ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਹੱਕ ਦੇ ਵਿੱਚ ਖੜੀ ਹੋ ਜਾਏਗੀ। ਦੂਜੇ ਨੰਬਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਜਿਹੜੇ ਸਰਕਾਰ ਹੈ ਤੇ ਜਿਸ ਤਰੀਕੇ ਦੇ ਨਾਲ ਜਿਹੜੇ ਪੰਜਾਬ ਦੇ ਉਹ ਆਗੂ ਨੇ ਜਿਨ੍ਹਾਂ ਦੇ ਉੱਤੇ ਸਵਾਲ ਖੜੇ ਕੀਤੇ ਗਏ ਨੇ, ਉਹਨਾਂ ਨੂੰ ਜਿਹੜਾ ਉਹ ਜਵਾਬ ਦੇਣਾ ਔਖਾ ਹੋ ਜਾਣਾ ਤੇ ਜੇਕਰ ਉਹ ਜਵਾਬ ਰਾਜਨੀਤੀ ਵਾਲਾ ਆਇਆ ਤੇ ਇਹ ਅੱਗੇ ਹੁਣ ਸੋਚਣਾ ਹੋਏਗਾ ਆਪਣੇ ਪੰਜਾਬ ਦੀ ਜਨਤਾ ਨੂੰ ਕਿ ਅਸੀਂ ਉਸ ਰਾਜਨੀਤੀ ਵਾਲੇ ਜਵਾਬ ਦੇ ਜਾਲ ਦੇ ਵਿੱਚ ਫਸਦੇ ਹਾਂ ਜਾਂ ਫਿਰ ਆਪਣੀ ਸੂਝ-ਬੂਝ ਨੂੰ ਵੀ ਕੁਝ ਇਸਤੇਮਾਲ ਕਰਕੇ ਜਿਹੜਾ ਅਸਲ ਤੱਥਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ। ਯਾਨੀ ਹੁਣ ਜਿਹੜੇ ਤਾਂ ਜਿਨ੍ਹਾਂ ਤੇ ਤਾਂ ਇਲਜ਼ਾਮ ਲੱਗਦੇ ਆ ਉਹ ਵੀ ਜਿਹੜੇ ਹੈਗੇ ਉਹ ਤਾਂ ਕੀ ਬਚਣੇ ਹੀ ਬਚਣੇ ਆ, ਜਿਹੜੇ ਉਹਨਾਂ ਤੇ ਇਲਜ਼ਾਮ ਲਗਾ ਕੇ ਆਪਣੇ ਸਿਆਸੀ ਰੋਟੀਆਂ ਸੇਕ ਰਹੇ ਨੇ, ਇਹਨਾਂ ਮਾਮਲਿਆਂ ਦੇ ਉੱਪਰ ਆਪਣੀਆਂ ਵੋਟਾਂ ਬਟੋਰਨ ਦੀ ਕੋਸ਼ਿਸ਼ ਕਰ ਰਹੇ ਨੇ, ਸੌਖਾ ਉਹਨਾਂ ਲਈ ਵੀ ਨਹੀਂ 2022 ਰਹਿਣ ਵਾਲਾ ਜਿਸ ਤਰੀਕੇ ਦੇ ਗੱਲਾਂ ਬਾਤਾਂ ਕੀਤੀਆਂ ਗਈਆਂ। ਬਿਲਕੁਲ ਕਿਸੇ ਲਈ ਵੀ ਇਹ ਸੌਖਾ ਨਹੀਂ ਹੋਣ ਵਾਲਾ। ਹੁਣ ਹਾਲਾਤ ਇਹ ਬਣ ਜਾਣੇ ਨੇ ਕਿ ਕਿਸਾਨ ਜਿਹੜੇ ਨੇ ਉਹ ਅੱਡ ਸਵਾਲ ਪੁੱਛਣੇ ਸ਼ੁਰੂ ਹੋ ਗਏ ਨੇ ਸਰਕਾਰਾਂ ਤੋਂ। ਆਮ ਜਨਤਾ ਜਿਹੜੀ ਆ ਉਹ ਜਦੋਂ ਐਡੇ ਵੱਡੇ ਜਿਹੜੀ ਤੱਥ ਉਹ ਸਾਹਮਣੇ ਪੇਸ਼ ਕਰ ਦਿੱਤੇ ਜਾਣ ਤਾਂ ਆਮ ਜਨਤਾ ਜਿਹੜੀ ਆ ਉਹ ਅੱਡ ਜਿਹੜੇ ਇਹ ਸਵਾਲ ਪੁੱਛੇਗੀ। ਮੈਂ ਇੱਕ ਹੋਰ ਚੀਜ਼ ਮੈਂਸ਼ਨ ਕਰਦਾ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਮਾਮਲੇ ਦੇ ਵਿੱਚ ਇੱਕ ਧਿਰ ਬਣ ਕੇ ਅਦਾਲਤ ਦੇ ਵਿੱਚ ਇਸਤਗਾਸਾ ਫਾਈਲ ਕਰ ਸਕਦੇ ਨੇ ਕਿ ਜਾਂ ਤਾਂ ਉਹ ਪੀੜਿਤ ਜਿਹੜੇ ਨੇ, ਜਿਹੜੇ ਭਾਈ ਕ੍ਰਿਸ਼ਨ ਭਗਵਾਨ ਤੇ ਜਿਹੜੇ ਇੱਕ ਨਾਲ ਹੋਰ ਜਿਨ੍ਹਾਂ ਦੀ ਮੌਤ ਹੋਈ ਸੀ ਉਸ ਮਾਮਲੇ ਦੇ ਸ਼ਹੀਦ ਹੋਏ ਸੀਗੇ, ਉਹਨਾਂ ਦੇ ਵਕੀਲ ਬਣ ਕੇ ਜਾਂ ਤਾਂ ਅਦਾਲਤ ਵਿੱਚ ਪੇਸ਼ ਹੋਣਗੇ ਤੇ ਜਾਂ ਫਿਰ ਉਹ ਕੋਈ ਕਿਸੇ ਤਰੀਕੇ ਦਾ ਇਸਤਗਾਸਾ ਫਾਈਲ ਹੋਏਗਾ ਤੇ ਇੱਕ ਨਵੀਂ ਮੁਸੀਬਤ ਜਿਹੜੀ ਆ ਸਿਆਸਤਦਾਨਾਂ ਲਈ ਜਿਹੜੀ ਆ ਖੜੀ ਹੋ ਜਾਏਗੀ ਕਿਉਂਕਿ ਇੱਥੇ ਕੋਈ ਸਿਆਸਤ ਨਹੀਂ ਹੋਣੀ, ਇੱਥੇ ਕੇਸ ਜਿਹੜੇ ਨੇ ਉਹ ਤੱਥਾਂ ਦੇ ਆਧਾਰ ਤੇ ਲੜੇ ਜਾਣਗੇ। ਹੁਣ ਹਾਲਾਤ ਇਹ ਹੋਣਗੇ, ਫੈਸਲਾ ਜਿਹੜਾ ਉਹ ਅਦਾਲਤ ਨੇ ਕਰਨਾ ਹੈ ਤੇ ਜੇਕਰ ਤੱਥ ਸਹੀ ਢੰਗ ਨਾਲ ਪੇਸ਼ ਹੋ ਗਏ ਤਾਂ ਫਿਰ ਜਿਹੜੇ ਨੇ ਇਹ ਪੰਜਾਬ ਦੀ ਇਤਿਹਾਸ ਦੇ ਵਿੱਚ ਇਹ ਸਭ ਤੋਂ ਵੱਡਾ ਜਿਹੜਾ ਉਹ ਇੱਕ ਕੇਸ ਹੋਏਗਾ ਜਿਹਦੇ ਵਿੱਚ ਵੱਡੇ ਜਿਹੜੇ ਨੇ ਉਹ ਸਿਆਸਤਦਾਨ, ਵੱਡੇ ਅਧਿਕਾਰੀ, ਵੱਡੇ ਲੋਕ ਜਿਹੜੇ ਨੇ ਉਹ ਕੇਸ ਦੇ ਵਿੱਚ ਜੇਕਰ ਉਹ ਸਾਬਤ ਹੁੰਦਾ ਤਾਂ ਉਹ ਸਲਾਖਾਂ ਦੇ ਪਿੱਛੇ ਜਾਣ ਲਈ ਮਜਬੂਰ ਹੋ ਜਾਣਗੇ। ਵੱਡੀ ਗੱਲ ਇਹ ਹੈ ਕਿ ਜਿਵੇਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਗਾਜ ਸਿਰਫ ਉਹਨਾਂ ਤੇ ਨਹੀਂ ਡਿੱਗਣੀ, ਇਸ ਮਾਮਲੇ ਦੇ ਵਿੱਚ ਲੱਗ ਰਿਹਾ ਕਿ ਗਾਜ ਸਿਰਫ ਉਹਨਾਂ ਤੇ ਨਹੀਂ ਡਿੱਗਣੀ ਜਿਨ੍ਹਾਂ ਤੇ ਇਲਜ਼ਾਮ ਆ, ਗਾਜ ਉਹਨਾਂ ਤੇ ਵੀ ਡਿੱਗਣੀ ਆ ਜਿਹੜੇ ਇਲਜ਼ਾਮ ਲਾ ਰਹੇ ਆ। ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜੇ ਇਲਜ਼ਾਮ ਲਾ ਨਹੀਂ ਰਹੇ, ਗਾਜ ਉਹਨਾਂ ਤੇ ਵੀ ਡਿੱਗਣੀ ਹੈ ਜਿਹੜਿਆਂ ਨੇ ਆਪਣਾ ਫਰਜ਼ ਸਹੀ ਢੰਗ ਨਾਲ ਨਹੀਂ ਨਿਭਾਇਆ। ਗਾਜ ਉਹਨਾਂ ਨੇ ਜਿਹੜੇ ਇਲਜ਼ਾਮ ਲਾ ਰਹੇ ਆ ਫਰਜ਼ ਦਾ ਨਿਭਾ ਨਹੀਂ ਰਹੇ। ਅੱਜ ਫਰਜ਼ ਨਿਭਾਉਣ ਦੀ ਗੱਲ ਕਰ ਰਹੇ ਆ ਕਿ ਅਸੀਂ ਆਹ ਕਰ ਰਹੇ ਆ ਕਰ ਰਹੇ ਆ। ਜਦੋਂ ਮੌਕਾ ਦਿੱਤਾ ਸੀ ਕੁੰਵਰ ਵਿਜੇ ਪ੍ਰਤਾਪ ਨੇ ਕਿ ਤੁਸੀਂ ਮਦਦ ਕਰਕੇ ਆਪਾਂ ਇਹਦੇ ਵਿੱਚ ਏਦਾਂ ਕਰਕੇ ਏਦਾਂ ਇਨਸਾਫ ਲੈ ਲਈਏ, ਉਦੋਂ ਤੱਕ ਕੋਈ ਖੜਾ ਨਹੀਂ ਨਾਲ ਉਹਦੇ। ਦੇਖੋ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੇ ਇਸ ਖੁਲਾਸੇ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਕਿ HS ਫੂਲਕਾ ਉਹਨਾਂ ਦਾ ਇੱਕ ਵੱਡਾ ਸਤਿਕਾਰ ਸੀ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਕਿਉਂਕਿ ਉਹਨਾਂ ਨੇ 84 ਦੇ ਕੇਸਾਂ ਦੇ ਵਿੱਚ ਬਹੁਤ ਵੱਡੀ ਜਿਹੜੀ ਪੈਰਵਾਈ ਕੀਤੀ ਹੈ। 84 ਦੇ ਕੇਸਾਂ ਦੇ ਵਿੱਚ ਜਿਹੜੇ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਬੜਾ ਵੱਡਾ ਜਿਹੜਾ ਯੋਗਦਾਨ ਪਾਇਆ ਤੇ ਇਸ ਕੇਸ ਤੋਂ ਪਹਿਲਾਂ ਬਹੁਤ ਵੱਡਾ ਜਿਹੜਾ ਸਤਿਕਾਰ ਸੀ। ਪਰ ਹੁਣ ਜਿਹੜਾ ਜੋ ਕੁਝ ਖੁਲਾਸੇ ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਕੀਤੇ ਨੇ ਉਸ ਤੋਂ ਬਾਅਦ ਜਦੋਂ ਤੱਕ ਉਹਨਾਂ ਦਾ ਫੂਲਕਾ ਸਾਹਿਬ ਦਾ ਬਿਆਨ ਨਹੀਂ ਆਉਂਦਾ, ਜਦੋਂ ਤੱਕ ਫੂਲਕਾ ਸਾਹਿਬ ਦੀ ਸਫਾਈ ਨਹੀਂ ਆਉਂਦੀ ਇਸ ਮਾਮਲੇ ਦੇ ਉੱਤੇ, ਉਦੋਂ ਤੱਕ ਇੱਕ ਵੱਡਾ ਸਵਾਲੀਆ ਨਿਸ਼ਾਨ ਜਿਹੜਾ ਉਹ ਲੱਗਾ ਰਹੇਗਾ ਫੂਲਕਾ ਸਾਹਿਬ ਉਹਨਾਂ ਬਾਰੇ ਵੀ ਕਿ ਕੀ ਫੂਲਕਾ ਸਾਹਿਬ ਵੀ ਅਜਿਹਾ ਕਰ ਸਕਦੇ ਨੇ
ਕਿ ਫੂਲਕਾ ਸਾਹਿਬ ਨੇ ਵੀ ਅਜਿਹਾ ਕੀਤਾ ਹੋਏਗਾ? ਤੇ ਜੇਕਰ ਉਹ ਇਹਨਾਂ ਦਾ ਇਹਦੇ ਤੇ ਜਵਾਬ ਨਹੀਂ ਆਉਂਦਾ ਤਾਂ ਫਿਰ ਤੁਸੀਂ ਦੇਖਿਓ ਵੀ ਪੰਜਾਬ ਦੀ ਜਨਤਾ ਜਿਹੜੀ ਆ ਉਹ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਸ ਤਰ੍ਹਾਂ ਪ੍ਰਤੀਕਿਰਿਆ ਦਿੰਦੀ ਹੈ। ਬਿਲਕੁਲ। ਤਾਂ ਕੁਲਵੰਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ, ਇਸ ਅਹਿਮ ਮੁੱਦੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ, ਕੀਮਤੀ ਵਿਚਾਰ ਦਿੱਤੇ, ਕੀਮਤੀ ਸਮਾਂ ਦਿੱਤਾ। ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਤਾਂ ਇਹ ਸਨ ਸੀਨੀਅਰ ਪੱਤਰਕਾਰ ਕੁਲਵੰਤ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਕੀਤੇ ਖੁਲਾਸਿਆਂ ਤੇ ਅਹਿਮ ਵਿਚਾਰ ਚਰਚਾ ਕੀਤੀ ਗਈ ਹੈ। ਦੱਸਿਆ ਗਿਆ ਕਿ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਕਿਹੜੇ ਵੱਡੇ ਖੁਲਾਸੇ ਕੀਤੇ ਗਏ ਨੇ। ਕਿਸੇ ਨੂੰ ਨਹੀਂ ਛੱਡਿਆ ਗਿਆ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ, ਚਾਹੇ ਉਹ ਲੀਡਰਾਂ ਦੀ ਵੀ ਆਪਾਂ ਗੱਲ ਕਰ ਲਈਏ ਜਿਹੜੇ ਲੋਕ ਅੱਜ ਰੌਲਾ ਪਾਉਂਦੇ ਆ ਕਿ ਅਸੀਂ ਇਨਸਾਫ ਦਿਵਾਵਾਂਗੇ, ਅਸੀਂ ਰੌਲਾ ਪਾ ਕੇ ਇਨਸਾਫ ਦਿਵਾਵਾਂਗੇ, ਚਾਹੇ ਉਹ ਨਵਜੋਤ ਸਿੰਘ ਸਿੱਧੂ, ਚਾਹੇ ਉਹ ਹਰਵਿੰਦਰ ਸਿੰਘ ਫੂਲਕਾ, ਚਾਹੇ ਕੋਈ ਵੀ ਹੋਵੇ, ਸਾਰਿਆਂ ਦੇ ਉਹਨੇ ਪੋਤਲੇ ਜਿਹੜੇ ਫਰੋਲ ਕੇ ਰੱਖਤੇ। ਏਜੀ ਅਤੁਲ ਨੰਦਾ, ਦਿੱਲੀ ਤੋਂ ਬੁਲਾਈਆਂ ਜਿਹੜੀਆਂ ਵਕੀਲਾਂ ਦੀਆਂ ਟੀਮਾਂ, ਕਿਵੇਂ ਉਹ ਹੋਟਲਾਂ ਦੇ ਵਿੱਚ ਰਹਿੰਦੀਆਂ ਸੀ, ਕਿਵੇਂ 55 ਲੱਖ ਲੁੱਟ ਕੇ ਲੈ ਜਾਂਦੇ ਸੀ। ਆਪਣੇ ਅਸਤੀਫੇ ਬਾਰੇ ਉਹਨਾਂ ਨੇ ਐਚਐਸ ਫੂਲਕਾ ਨੂੰ ਜ਼ਿੰਮੇਵਾਰ ਦੱਸਿਆ ਤੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਦੱਸੀ ਹੈ ਕਿ ਕਿਸ ਤਰੀਕੇ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਜਿਵੇਂ ਲੋਕ ਅੰਦਾਜ਼ਾ ਲਾਉਂਦੇ ਸੀ ਕਿ ਸਿਆਸਤ ਦੇ ਵਿੱਚ ਆਉਣਗੇ ਜਾਂ ਕੀ ਕੁਝ ਕਰਨਗੇ। ਆਈਪੀਐਸ ਦੀ ਨੌਕਰੀ ਛੱਡਣ ਤੋਂ ਬਾਅਦ ਉਹਨਾਂ ਨੇ ਸਾਫ਼ ਜ਼ਾਹਿਰ ਕਰਤਾ ਕਿ ਮੈਂ ਹੁਣ ਆਈਪੀਐਸ ਦੀ ਨੌਕਰੀ ਛੱਡਣ ਤੋਂ ਬਾਅਦ ਵਕੀਲ ਦੇ ਪ੍ਰੋਫੈਸ਼ਨ ਦੇ ਵਿੱਚ ਆ ਕੇ ਤਾਂ ਮੈਂ ਇਹ ਕੇਸ ਵੀ ਲੜੂੰਗਾ, ਇਹਨੂੰ ਅੰਜਾਮ ਤੱਕ ਵੀ ਪਹੁੰਚਾਊਂਗਾ ਤੇ ਨਾਲ ਹੀ ਨਾਲ ਜਿਹੜੇ ਦੱਬੇ ਕੁਚਲੇ ਲੋਕ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਮੈਂ ਮਦਦ ਕਰੂੰਗਾ। ਤੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਸਾਫ਼ ਕੀਤੀ ਹੈ ਕਿ ਜਿਹੜੀ ਨਵੀਂ ਐਸਆਈਟੀ ਬਣੂਗੀ ਉਹਨਾਂ ਦੀ ਮੈਂ ਬਿਲਕੁਲ ਵੀ ਜਿਹੜੀ ਮਦਦ ਨਹੀਂ ਕਰੂੰਗਾ। ਤਾਂ ਉਹਨਾਂ ਨੇ ਕਿਹਾ ਕਿ ਜੇ ਕੋਈ ਹੋਰ ਐਸਆਈਟੀ ਬਣੀ ਤਾਂ ਕਹਿੰਦੇ ਮੈਂ ਦਾਅਵਾ ਕਰਦਾ ਕਿ ਇਨਸਾਫ ਬਿਲਕੁਲ ਨਹੀਂ ਮਿਲੂਗਾ। ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ। ਇਸ ਪ੍ਰੋਗਰਾਮ ਦੇ ਵਿੱਚ ਦੁਬਾਰਾ ਫਿਰ ਮਿਲਾਂਗੇ ਕਿਸੇ ਨਵੇਂ ਤੇ ਵੱਡੇ ਮੁੱਦੇ ਦੇ ਨਾਲ। ਤਦ ਤੱਕ ਦਿਓ ਇਜਾਜ਼ਤ। ਧੰਨਵਾਦ।